ਸਾਹਿਬ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ਼੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰਾ ਸਤਿਗੁਰ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਦੇ ਕਰ ਪਰਸਾਰ। ਕੀਨ ਬਿਲੰਦ ਆਨੰਦ ਜੋਤ ਆਪਣੋ ਸਰਬ ਪਰਿਵਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਗੁਰੂ ਕਾ ਗੱਦੀ ਦੇ ਤਖਤ ਤੇ ਸੁਭਾਏ ਮਾਨ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਾਰ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਸਜੇ ਹੋਏ ਪਿਛਲੇ ਪਹਿਰ ਦੇ ਦੀਵਾਨਾਂ 'ਚ ਆਪ ਸੰਗਤਾਂ ਹਰਿ ਜਸ ਕਥਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਵਿਚਾਰ ਦੇ ਅੰਦਰ ਕੱਲ ਸਾਖੀ ਇੱਥੋਂ ਤੱਕ ਸਰਵਣ ਕੀਤੀ ਹੈ ਕਿ ਮਾਤਾ ਨਾਨਕੀ ਜੀ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਪੁੱਤਰ ਜਿਹੜਾ ਹੈ ਗਊ ਗਰੀਬੀ ਹੈ, ਇਹਨੂੰ ਵਾਲਸ਼ਾਲ ਨਹੀਂ ਦੁਨੀਆ ਦੇ ਆਉਂਦੇ, ਕਿਰਪਾ ਕਰਕੇ ਇੱਥੇ ਵੀ ਕੋਈ ਬਖਸ਼ਿਸ਼ ਕਰੋ। ਵਾਰ ਵਾਰ ਮਾਤਾ ਨੇ ਜਦ ਕਿਹਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਗੁਪਤ ਭੇਦ ਸੀ ਪ੍ਰਗਟ ਕਰ ਦਿੱਤਾ। ਰੁਮਾਲ ਜੀ ਦੇ ਨਾਲ ਹੱਥ ਪਹੁੰਚ ਰਹੇ ਸਨ। ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਖਸ਼ਿਸ਼ਾਂ ਦਿੰਦੇ ਹੋਏ ਮਾਤਾ ਨਾਨਕੀ ਜੀ ਦੀ ਝੋਲੀ ਦੇ ਵਿੱਚ ਪਾ ਕੇ ਸਤਿਗੁਰੂ ਕਹਿਣ ਲੱਗੇ ਵੀ ਨਾਨਕੀ ਇਹ ਤੂੰ ਵਾਰ-ਵਾਰ ਸਾਡੇ ਕੋਲ ਕਹਿ ਕੇ ਗੱਲ ਤੂੰ ਕਹਾਈ ਹੈ, ਇਸ ਲਈ ਤੈਨੂੰ ਸੰਕਟ ਜੇ ਤਾਂ ਝੱਲਣੇ ਪੈਣਗੇ ਜਿਹੜਾ ਹੁਕਮ ਸਤ ਕਰਕੇ ਨਹੀਂ ਮੰਨਿਆ। ਪਰ ਉਂਝ ਤੇਰਾ ਜਿਹੜਾ ਪੁੱਤਰ ਹੈ ਇਹਨੂੰ ਤੂੰ ਆਮ ਨਾ ਸਮਝ, ਬੜੀ ਮਹਾਨ ਆਤਮਾ ਹੈ। ਹੁਣ ਵੀ ਗੁਰੂਆਂ ਦੇ ਬਰਾਬਰ ਹੀ ਇਹਦਾ ਸਨਮਾਨ ਹੈ ਅਤੇ ਬੜੇ ਵੱਡੇ ਕਾਰਜ ਕਰਨੇ ਨੇ। ਇਹਨਾਂ ਦੇ ਅੱਗੇ ਪੁੱਤਰ ਵੀ ਬੜੇ ਮਹਾਬਲੀ ਸੂਰਮੇ ਪ੍ਰਗਟ ਹੋਣਗੇ। ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਜੀ ਨੇ ਆ ਕੇ ਸਾਰੀ ਗੱਲ ਦੱਸੀ। ਪਰ ਮਹਾਰਾਜ ਆਦਰ ਅਨਾਦਰ ਦੋਵਾਂ ਸਮਿਆਂ 'ਚ ਇੱਕ ਰਸ ਰਹਿਣ ਵਾਲੇ ਸਤਿਗੁਰਾਂ ਦੇ ਸੁਭਾਅ 'ਤੇ ਨਹੀਂ ਕੋਈ ਅਸਰ ਹੋਇਆ। ਪਰ ਮਾਤਾ ਨਾਨਕੀ ਨੂੰ ਆਪਣੇ ਪੁੱਤਰ ਦੇ ਵਾਸਤੇ ਬਖਸ਼ਿਸ਼ਾਂ ਲੈ ਕੇ ਖੁਸ਼ੀਆਂ ਹੋਈਆਂ। ਇਹ ਸਾਖੀ ਆਪਾਂ ਸੁਣੀ ਹੈ। ਇਹ ਤੋਂ ਅੱਗੇ ਜਿਵੇਂ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਨੂੰ ਉਪਦੇਸ਼ ਦੇ ਕੇ ਵਰ ਦੇ ਕੇ
ਤੇ ਨਿਹਾਲ ਕਰਦੇ ਹਨ। ਜਿਵੇਂ ਦੇਵਤੇ ਸਤਿਗੁਰੂ ਸਾਹਿਬ ਦੀ ਮਹਿਮਾ ਕਰਨ ਆਉਂਦੇ ਨੇ ਸਾਖੀ ਸ਼ਰਵਣ ਕਰਨ ਹਿਤ ਗੁਰੂ ਸਾਹਿਬ ਦੇ ਚਰਨ ਕਮਲਾਂ ਦਾ ਧਿਆਨ ਧਰੀਏ। ਸਾਰੀ ਸੰਗਤ ਰਸਨਾ ਕਰੋ ਪਵਿੱਤਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ। ਸੋ ਇਸ ਪ੍ਰਕਾਰ ਦੇ ਨਾਲ ਕਵੀ ਜੀ ਕਹਿੰਦੇ ਵੀ ਸ੍ਰੀ ਸ਼੍ਰੋਮਣੀ ਸ੍ਰੀ ਸੁਭਾਏਮਾਨ ਮੁਖ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੇ ਦੇ ਕਰ ਬਰਸਾਰ ਸਾਰ ਸ੍ਰੇਸ਼ਟ ਵਰ ਦੇ ਦੇ ਕੇ ਸੂਰਜ ਮਲ ਨੂੰ ਵਰ ਦਿੱਤੇ ਵੀ ਤੇਰੀ ਬੰਸ ਬਹੁਤ ਵਧੇਗੀ। ਸ੍ਰੀ ਮਾਤਾ ਨਾਨਕੀ ਜੀ ਨੂੰ ਵੀ ਵਰ ਦਿੱਤੇ ਆ ਵੀ ਤੇਰਾ ਸੁਪੁੱਤਰ ਤੇਰਾ ਪੋਤਰਾ ਬੜਾ ਮਹਾਂਬਲੀ ਹੋਵੇਗਾ। ਐਵੇਂ ਸਾਰਿਆਂ ਨੂੰ ਵਾਰੀ ਵਾਰੀ ਵਰ ਦੇ ਕੇ ਬਖਸ਼ਿਸ਼ਾਂ ਕਰਕੇ ਨ ਬੁਲੰਦ ਆਨੰਦ ਜੁਤ। ਜਿਹੜੇ ਪਹਿਲਾਂ ਥੋੜਾ ਜਿਹਾ ਘਾਬਰ ਜੇ ਗਏ ਸੀ ਸ਼ੋਕ ਦੇ ਵਿੱਚ ਮਾਈਆਂ ਵੀ ਸਾਡੇ ਪੁੱਤਰਾਂ ਨੂੰ ਕੁਝ ਨਹੀਂ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਵਰ ਦੇ ਕੇ ਬਖਸ਼ਿਸ਼ਾਂ ਕਰਕੇ ਉਹਨਾਂ ਨੂੰ ਬਹੁਤ ਸਾਰਾ ਆਨੰਦ ਬਖਸ਼ ਦਿੱਤਾ ਏ। ਆਪਣਾ ਸਰਬ ਪਰਿਵਾਰ ਆਪਣਾ ਸਾਰਾ ਪਰਿਵਾਰ ਖੁਸ਼ ਕਰਤਾ। ਧੀਰਮਲ ਦੀ ਖੋਟ ਸੀ ਉਹ ਮਹਾਰਾਜ ਨੇ ਜ਼ਾਹਰ ਕਰਕੇ ਤੇ ਧੱਕੇ ਮਾਰ ਕੇ ਕਢਾਤਾ। ਬਾਕੀਆਂ ਨੇ ਹੱਥ ਜੋੜ ਜੋੜ ਬੇਨਤੀਆਂ ਕੀਤੀਆਂ, ਉਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਦੇ ਦਿੱਤੀਆਂ। ਚੌਪਈ ਗੁਰ ਤਨ ਤਜਬੇ ਕੋ ਬੜ ਰੌਰਾ। ਪਰ ਜਿੱਥੇ ਸਤਿਗੁਰੂ ਦੀ ਬਖਸ਼ਿਸ਼ ਹੋ ਰਹੀ ਹੈ ਪਰ ਸੰਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਛੱਡਣ ਦਾ ਬੜਾ ਰੌਲਾ ਪੈ ਰਿਹਾ। ਭਾਵ ਕਿ ਸਾਰਿਆਂ ਨੂੰ ਇਹ ਗੱਲ ਪੱਕੀ ਹੋ ਗਈ ਵੀ ਹੁਣ ਅਸੀਂ ਛੇਵੇਂ ਪਾਤਸ਼ਾਹ ਦੇ ਦਰਸ਼ਨ ਥੋੜ੍ਹੇ ਦਿਨ ਹੀ ਕਰਾਂਗੇ, ਮਹਾਰਾਜ ਦੇ ਛੇਵੇਂ ਸਰੂਪ ਦੇ ਦਰਸ਼ਨ ਨਹੀਂ ਹੋਣਗੇ। ਇਸ ਕਰਕੇ ਬੜਾ ਰੌਲਾ ਪੈ ਰਿਹਾ, ਬਹੁਤ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ। ਮਿਲ ਮਿਲ ਕਰਹਿ ਬੈਠ ਬਹੁ ਠੌਰਾ। ਮਿਲ ਮਿਲ ਕੇ ਬਹੁਤ ਥਾਵਾਂ ਤੇ ਕੋਈ 5-10 ਗੁਰਸਿੱਖ ਕਿਤੇ ਜੁੜ ਕੇ ਬਹਿ ਗਏ, ਕੋਈ ਕਿਤੇ ਕੀਰਤਪੁਰ ਸਾਹਿਬ ਬਹੁਤ ਸਿੱਖ ਸੰਗਤ ਆਈ ਹੈ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਚਖੰਡ ਜਾਣ ਦੀਆਂ ਗੱਲਾਂ ਕਰਦੇ ਨੇ ਮਿਲ ਮਿਲ ਕੇ। ਆਪ ਅਸ਼ਟ ਹੀ ਸਭ ਸਮਝਾਏ। ਆਪ ਅਸ਼ਟ ਹੀ ਸਭ ਸਮਝਾਏ। ਇਹ ਵੀ ਸਿੱਖ ਕਹਿੰਦੇ ਵੀ ਵੇਖੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਰੀਰ ਵਿੱਚ ਹਾਜ਼ਰ ਨਾਜ਼ਰ ਹੁੰਦੇ ਹੀ ਸਭ ਨੂੰ ਥਾਂ ਥਾਈਂ ਸਮਝਾਤਾ ਵੀ ਬਾਅਦ ਦੇ ਵਿੱਚ ਰੌਲਾ ਕਚੋਲਾ ਨਾ ਕੋਈ ਕਰੇ, ਆਪਣੇ ਹੁੰਦੇ ਹੀ ਸਭ ਕੁਝ ਠੀਕ ਕਰ ਦਿੱਤਾ ਮਹਾਰਾਜ ਨੇ। ਜਥਾ ਜੋਗ ਪਦ ਕੋ ਗਨ ਪਾਏ। ਜਿੰਨੀ ਕਿਸੇ ਦੀ ਯੋਗਤਾ ਸੀ ਉਹ ਜੀਆਂ ਬਖਸ਼ਾਂ ਉਹ ਜੀਆਂ ਪਦਵੀਆਂ ਮਹਾਰਾਜ ਦੇ ਕੋਲੋਂ ਸਭ ਨੇ ਪ੍ਰਾਪਤ ਕਰ ਲਈਆਂ ਨੇ। ਹਿਰਦਾ ਸ਼ਾਂਤ ਬਰ ਦੇ ਕਰ ਬਰ ਲੈ ਕਰ ਹੋ। ਇਸ ਤਰ੍ਹਾਂ ਮਹਾਰਾਜ ਕੋਲ ਵਰ ਲੈ ਕੇ ਜਿਹੜੇ ਪਹਿਲਾਂ ਕਾਲੇ ਪੈ ਰਹੇ ਸਨ ਮਾਤਾ ਮਰਵਾਹੀ ਮਾਤਾ ਨਾਨਕੀ ਜੀ ਆਦਿਕ ਉਹਨਾਂ ਦੇ ਹਿਰਦੇ ਵਿੱਚ ਵੀ ਸ਼ਾਂਤੀ ਆ ਗਈ, ਠੰਡ ਵਰਤ ਗਏ। ਤਉ ਚਲਨ ਗੁਰ ਕੋ ਟਿਕ ਜੋਵਾ। ਪਰ ਫਿਰ ਵੀ ਭਾਵੇਂ ਆਪਣੇ ਜੀਵਕਾ ਦਾ ਆਪਣੇ ਪਰਿਵਾਰ ਦਾ ਸਭ ਕੁਝ ਬਖਸ਼ਿਸ਼ਾਂ ਦੇ ਨਾਲ ਮਹਾਰਾਜ ਦੇ ਕੋਲੋਂ ਲੈ ਲਿਆ ਏ, ਪਰਿਵਾਰ ਦੇ ਵਾਧੇ ਦੀਆਂ ਬੇਨਤੀਆਂ ਪੂਰੀਆਂ ਹੋਈਆਂ, ਪਰ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਨਹੀਂ ਹੋਣੇ। ਛੇਵੇਂ ਪਾਤਸ਼ਾਹ ਨੇ ਚਲਿਆ ਜਾਣਾ ਸਰੀਰ ਤਿਆਗ ਕੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਆਪਣੇ ਕੋਲੋਂ ਚਲੇ ਜਾਣ ਦੇ ਵਾਸਤੇ ਵੇਖ ਕਰਕੇ ਵੀ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਹਨ। ਪਰਿਓ ਸਰਬ ਪਰਿਵਾਰ ਖੁਬਾਰੂ। ਫਿਰ ਵੀ ਸਾਰੇ ਸਿੱਖਾਂ ਦੇ ਪਰਿਵਾਰ ਵਿੱਚ ਖੋਬ ਜੀ ਪੈ ਰਹੀ ਹੈ। ਇਹ ਨਹੀਂ ਹੈ ਵੀ ਹੁਣ ਬਖਸ਼ਿਸ਼ ਤਾਂ ਜੋ ਮਿਲਣੀ ਸੀ ਉਹ ਮਿਲ ਗਈ, ਪਰ ਫਿਰ ਵੀ ਮਨ ਦੇ ਵਿੱਚ ਉਹ ਹੈ ਤਾਂ ਹੈ ਨਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਹੁੰਦੇ ਸੀ, ਸਤਿਗੁਰੂ ਮਹਾਰਾਜ ਦੀ ਚਰਨ ਸ਼ਰਨ ਰਹਿੰਦੇ ਸਾਂ। ਤੇ ਹੁਣ ਪਰਿਵਾਰ ਦੇ ਵਿੱਚ ਇਸ ਗੱਲ ਦਾ ਥੋੜ੍ਹਾ ਜਿਹਾ ਖੋਬ ਹੈ, ਇਸ ਕਰਕੇ ਥੋੜ੍ਹਾ ਜਿਹਾ ਘਬਰਾਹਟ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੁਣ ਵੇਖਾਂਗੇ ਨਹੀਂ। ਸੋਚਤ ਸੋਚਨ ਸੰਕਟ ਭਾਰੂ। ਇਸ ਤਰ੍ਹਾਂ ਸੋਚ ਸੋਚ ਕੇ ਬੜਾ ਭਾਰੀ ਸੰਕਟ ਪੈ ਰਿਹਾ ਹੈ। ਸੋਚਦੇ ਹੋਏ ਜਿਹੜੇ ਪਰਿਵਾਰ ਦੇ ਜੀ ਹਨ ਬਹੁਤ ਦੁਖੀ ਹੁੰਦੇ ਹਨ। ਕਿਸ ਕੋ ਸੁਧ ਕਿਆ ਹੋਏ ਪਿਛਾਰੀ। ਕਿਸੇ ਨੂੰ ਕੀ ਖਬਰ ਹੈ ਵੀ ਮਹਾਰਾਜ ਦੇ ਪਿੱਛੋਂ ਕੀ ਹੋਵੇਗਾ ਜਦੋਂ ਸਤਿਗੁਰੂ ਸਾਹਿਬ ਜੀ ਚਲੇ ਜਾਣਗੇ। ਉਤੇ ਸਮਰੱਥ ਲੇਤ ਸੰਭਾਰੀ। ਐਵੇਂ ਪਰਿਵਾਰ ਵੀ ਸਾਰਾ ਸੋਚਦਾ ਏ
ਤੇ ਸੰਗਤ ਵੀ ਸੋਚ ਰਹੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ ਕੋਈ ਡਰ ਨਹੀਂ ਸੀ। ਹੁਣ ਪਤਾ ਨਹੀਂ ਹੈ ਵੀ ਮਹਾਰਾਜ ਸਾਹਿਬ ਜੀ ਦੇ ਪਿੱਛੋਂ ਕੀ ਹੋਵੇਗਾ, ਕਿਉਂਕਿ ਸਤਿਗੁਰੂ ਦੇ ਵੇਲੇ ਕੋਈ ਵੱਡੇ ਤੋਂ ਵੱਡਾ ਵੀ ਜਿਹੜਾ ਕੋਈ ਸੰਕਟ ਆਉਂਦਾ ਸੀ, ਮਹਾਰਾਜ ਛੇਵੇਂ ਪਾਤਸ਼ਾਹ ਸਮਰੱਥ ਸਨ, ਸਭ ਕੁਝ ਸੰਭਾਲ ਲੈਂਦੇ ਸਨ, ਝੱਲ ਲੈਂਦੇ ਸਨ। ਅਲਪ ਬੈਸ ਮਹਿ ਤਖਤ ਬਿਠਾਇਓ। ਪਰ ਹੁਣ ਕਹਿੰਦੇ ਵੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਉਮਰ ਛੋਟੀ ਹੈ, 8 ਕੁ ਵਰ੍ਹਿਆਂ ਦੇ ਤਾਂ ਸਨ ਸਤਵੇਂ ਪਾਤਸ਼ਾਹ, ਤੇ ਕਹਿੰਦੇ ਛੋਟੀ ਉਮਰ ਹੈ ਤੇ ਗੁਰਤਾ ਗੱਦੀ ਤੇ ਬਿਰਾਜਮਾਨ ਕਰ ਦਿੱਤਾ ਹੈ ਸਤਿਗੁਰਾਂ ਨੇ। ਅਪਰ ਨਹੀਂ ਕੋ ਵਡਿਆਇਓ। ਹਾਂ, ਹੋਰ ਨਹੀਂ ਮਹਾਰਾਜ ਸਾਹਿਬ ਜੀ ਨੇ ਕਿਸੇ ਨੂੰ ਕੋਈ ਵਡਿਆਈ ਦਿੱਤੀ। ਸ਼ਾਹੋ ਸੰਗ ਨਹਿ ਮੇਲ ਬਖੇਰਾ। ਪਰਿਵਾਰ ਇਸ ਕਰਕੇ ਥੋੜੀ ਜੀ ਖੂਬ ਕਰਦਾ ਮਹਾਰਾਜ ਦਾ ਵੀ ਸ਼ਾਹਜਹਾਨ ਦੇ ਨਾਲ ਤਾਂ ਕੋਈ ਮੇਲ ਮਿਲਾਪ ਨਹੀਂ, ਉਹਦੇ ਨਾਲ ਤੇ ਬੜਾ ਬਖੇਰਾ ਝਗੜਾ ਪਿਆ ਹੋਇਆ ਗੁਰੂ ਘਰ ਦਾ। ਸੋ ਪੁਰਸ਼ਾਰਥ ਕਰਹਿ ਬਡੇਰਾ। ਤੇ ਐਵੇਂ ਨਾ ਹੋਏ ਵੀ ਗੁਰੂ ਹਰਗੋਬਿੰਦ ਸਾਹਿਬ ਆਪ ਸਮਰੱਥ ਸਨ, ਜਦੋਂ ਸਤਿਗੁਰੂ ਜੀ ਸੱਚਖੰਡ ਚਲੇ ਗਏ ਤੇ ਉਹਨਾਂ ਤੋਂ ਮਗਰੋਂ ਕੋਈ ਸ਼ਾਹਜਹਾਨ ਪ੍ਰਸ਼ਾਰਥ ਕੋਈ ਉਦਮ ਜਿਹਾ ਨਾ ਕਰੇ, ਕੋਈ ਚੜ੍ਹਾਈ ਜੀ ਕਰਕੇ ਨਾ ਆ ਜਾਵੇ। ਇਤਿਆਦਿਕ ਬਹੁ ਰਹੇ ਵਿਚਾਰ। ਇਹ ਤੇ ਆਦਿਕ ਬਹੁਤ ਸੋਚਾਂ ਸੋਚਦੇ ਨੇ ਸਿੱਖ ਵੀ ਤੇ ਮਹਾਰਾਜ ਦੇ ਪਰਿਵਾਰ ਦੇ ਜੀ ਵੀ। ਨਿਜ ਨਿਜ ਤਕਹਿ ਅਲੰਬ ਉਦਾਰ। ਸਾਰੇ ਆਪੋ ਆਪਣਾ ਆਸਰਾ ਵੇਖਦੇ ਆ ਵੀ ਸਤਿਗੁਰੂ ਮਹਾਰਾਜ ਤੋਂ ਬਗੈਰ ਜੇ ਕਿਤੇ ਫੌਜ ਚੜ੍ਹ ਕੇ ਆ ਗਈ ਤੇ ਫੇਰ ਕੀ ਕਰਾਂਗੇ। ਇੱਕ ਦਿਨ ਨਰ ਸਰੂਪ ਧਰ ਆਏ। ਇਸ ਤਰ੍ਹਾਂ ਭਜਨ ਬਿਲਾਸ ਕੀਰਤਪੁਰ ਸਾਹਿਬ ਵਿੱਚ ਚੱਲਦੇ ਨੇ ਤੇ ਇੱਕ ਦਿਨ ਦੀ ਕਹਿੰਦੇ ਖੇਡ ਵਰਤੀ, ਕੌਤਕ ਵਰਤਿਆ ਵੀ ਜਿਹੜੇ ਦੇਵਤੇ ਨੇ ਸਮੂਹ ਉਹ ਮਹਾਰਾਜ ਸਾਹਿਬ ਦੇ ਦਰਸ਼ਨ ਪਰਸਨ ਦੇ ਵਾਸਤੇ ਮਨੁੱਖਾਂ ਵਾਲਾ ਸਰੀਰ ਧਾਰਨ ਕਰਕੇ ਆ ਗਏ। ਬੰਧਨ ਗੀਰ ਬਾਨ ਸਮੁਦਾਏ। ਸਾਰਿਆਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੰਦਨ ਕੀਤੀ, ਮੱਥਾ ਟੇਕਿਆ। ਅਗਨ ਪਰੋਗਮ ਸੁਰਪਤ ਆਦ। ਜਦੋਂ ਸਾਰੇ ਦੇਵਤੇ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਨੇ ਮਹਾਰਾਜ ਨੂੰ ਸਭ ਨੇ ਆ ਕੇ ਸਿਰ ਨਵਾ ਕੇ ਜਦੋਂ ਦੇਵਤਿਆਂ ਨੇ ਮੱਥਾ ਟੇਕਿਆ, ਕੋਈ ਅਗਨ ਦੇਵਤਾ ਹੈ ਪਰੋਗਮ ਅਤੇ ਕੋਈ ਇਸੇ ਪ੍ਰਕਾਰ ਦੇਵਤਿਆਂ ਦੇ ਹੋਰ ਆਗੂ ਨੇ, ਸਾਰਿਆਂ ਦੇਵਤਾਂ ਦੇ ਜਿਹੜੇ ਆਗੂ ਨੇ ਸੁਰਪਤ ਹਨ। ਦਰਸ਼ਨ ਦੇਖ ਭਏ ਅਹਲਾਦ। ਉਹ ਸਭ ਦੇਵਤਿਆਂ ਦੇ ਆਗੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੇ ਆਨੰਦ ਵਿੱਚ ਆਏ। ਪਦਰ ਬਿੰਦ ਬੰਦਨਾ ਧਾਰੀ। ਕਮਲ ਵਰਗੇ ਚਰਨ ਨੇ ਛੇਵੇਂ ਪਾਤਸ਼ਾਹ ਦੇ ਸਮੂਹ ਦੇਵਤਿਆਂ ਨੇ ਮੱਥਾ ਟੇਕਿਆ। ਗੁਰੂ ਇਕਾਕੀ ਸੰਗ ਉਚਾਰੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਇਕਾਂਤ ਵਿੱਚ ਬੈਠੇ ਸਨ ਤੇ ਸਤਿਗੁਰਾਂ ਦੇ ਨੇੜੇ ਹੋ ਕੇ ਦੇਵਤਿਆਂ ਨੇ ਬੇਨਤੀ ਕੀਤੀ। हे ਪ੍ਰਭ ਜਗ ਕੇ ਕਾਜ ਸੁਧਾਰੇ। ਇਹ ਪ੍ਰਭੂ ਸਤਿਗੁਰੂ ਜੀ ਆਪ ਜੀ ਨੇ ਛੇਵਾਂ ਸਰੂਪ ਧਾਰ ਕੇ ਜਗਤ ਦੇ ਅਨੇਕਾਂ ਹੀ ਕਾਰਜ ਸੁਧਾਰੇ ਹਨ। ਸੰਤ ਉਬਾਰ ਦੁਸ਼ਟ ਗਨ ਮਾਰੇ। ਸੰਤਾਂ ਦਾ ਅਨੇਕ ਜੀਵਾਂ ਦਾ ਉਧਾਰ ਕੀਤਾ ਹੈ ਤੇ ਦੁਸ਼ਟ ਜਿਹੜਾ ਵੀ ਤੁਹਾਡੇ ਅੱਗੇ ਆਇਆ ਉਹ ਸਭ ਤੁਸੀਂ ਮਾਰ ਸੁੱਟੇ ਨੇ। ਮਹਾ ਪ੍ਰਤਾਪ ਸਹਿਤ ਰਣ ਘਾਲੇ। ਬੜੇ ਤੇਜ ਪ੍ਰਤਾਪ ਦੇ ਸਮੇਤ ਆਪ ਜੀ ਨੇ ਜੰਗ ਯੁੱਧ ਕੀਤੇ ਦੁਸ਼ਟਾਂ ਦੇ ਨਾਲ। ਮਨਮੁਖ ਦੁਖ ਲਹਿ ਸਿੱਖ ਸੁਖਾਲੇ। ਜਿਹੜੇ ਤਾਂ ਮਨਮੁਖ ਬਿਰਤੀ ਦੇ ਲੋਕ ਸਨ ਦੇਵਤੇ ਬੇਨਤੀ ਕਰ ਰਹੇ ਆ ਕਿ ਮਹਾਰਾਜ ਜਿਹੜੇ ਮਨਮੁਖ ਆਪ ਹੁਦਰੀਆਂ ਕਰਨ ਵਾਲੇ ਨੇ ਉਹ ਤਾਂ ਦੁਖੀ ਹੋਏ ਨੇ ਤੁਹਾਨੂੰ ਵੇਖ ਕੇ, ਜਿਵੇਂ ਉੱਲੂ ਸੂਰਜ ਨੂੰ ਵੇਖ ਕੇ ਦੁਖੀ ਹੁੰਦਾ ਏ। ਸਿੱਖ ਸੁਖਾਲੇ, ਪਰ ਜਿਹੜੇ ਸਿੱਖ ਤੁਹਾਡੇ ਦੇ ਭਾਵਨਾ ਰੱਖਣ ਵਾਲੇ ਉਹ ਸਾਰੇ ਹੀ ਸੁਖਾਲੇ ਹੋ ਗਏ, ਚੱਕੇ ਤੇ ਚੱਕਵੀ ਦੇ ਵਾਂਗ ਜਿਵੇਂ ਸੂਰਜ ਚੜ੍ਹਿਆ ਮਿਲਾਪ ਹੁੰਦਾ ਹੈ, ਸਾਰੇ ਹੀ ਖੁਸ਼ ਹੋ ਗਏ। ਅਬੇ ਸੁਰਨ ਕੋ ਦੇਹੋ ਆਨੰਦ। ਤੇ ਹੁਣ ਮਹਾਰਾਜ ਕਿਰਪਾ ਇਹ ਕਰੋ ਵੀ ਤੁਸੀਂ ਚੱਲੋ ਤੇ ਦੇਵਪੁਰੀ ਦੇ ਵਿੱਚ ਚਰਨ ਪਾ ਕੇ ਸਭ ਨੂੰ ਆਨੰਦਿਤ ਕਰ ਦਿਓ। ਚਲੋ ਆਪਣੀ ਪੂਰੀ ਮੁਕੰਦ। ਮਹਾਰਾਜ ਮੁਕਤੀ ਦਾਤੇ ਛੇਵੇਂ ਪਾਤਸ਼ਾਹ ਜੀ ਆਪਣੀ ਗੁਰਪੁਰੀ ਨੂੰ ਚੱਲੋ ਤੇ ਜਾਂਦਿਆਂ ਹੋਇਆਂ ਸਤਿਗੁਰੂ ਸਾਡੀ ਵੀ ਪੂਰੀ ਪਵਿੱਤਰ ਕਰ ਦਿਓ। ਸ੍ਰੀ ਹਰਿਗੋਬਿੰਦ ਤਬਹਿ ਉਚਾਰਾ। ਜਦ ਦੇਵਤਿਆਂ ਨੇ ਸਤਿਗੁਰੂ ਨੂੰ ਬੇਨਤੀ ਕੀਤੀ, ਸੁਣ ਕੇ ਛੇਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਬਚਨ ਕਿਹਾ। ਹਮ ਕੀਨੋ ਹੈ ਪੂਰਬ ਤਿਆਰਾ। ਮਹਾਰਾਜ ਕਹਿੰਦੇ ਵੀ ਤੁਸੀਂ ਆਏ ਜੋ ਠੀਕ ਆ, ਪਰ ਅਸੀਂ ਤੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੱਚਖੰਡ ਜਾਣ ਦਾ ਤਿਆਰਾ ਕਰੀ ਬੈਠੇ ਆ। ਅਸੀਂ ਤਾਂ ਪਹਿਲਾਂ ਹੀ ਸਭ ਕੁਝ
ਸੱਚਖੰਡ ਜਾਣ ਦੀ ਮਰਿਆਦਾ ਪੂਰੀ ਕਰ ਲਈ ਅਬ ਹੈ। ਪਰਲੋਕ ਗਮਨ ਬਨ ਆਇਓ। ਹੁਣ ਤਾਂ ਸਾਨੂੰ ਪਰਲੋਕ ਗੁਰਪੁਰੀ ਗੁਰੂ ਨਾਨਕ ਸਾਹਿਬ ਜੀ ਦੀ ਪੁਰੀ ਦੇ ਵਿੱਚ ਜਾਣਾ ਹੀ ਬਣ ਆਉਂਦਾ ਹੈ ਸੱਚਖੰਡ ਨੂੰ। ਗਾਦੀ ਸ਼੍ਰੀ ਹਰਿ ਰਾਏ ਬਿਠਾਇਓ। ਕਿਉਂਕਿ ਗੁਰਤਾ ਗੱਦੀ ਦੇ ਅਸੀਂ 7ਵੇਂ ਥਾਂ ਦੇ ਵਾਹਿਗੁਰੂ ਦੇ ਹੁਕਮ ਦੇ ਨਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਬਿਰਾਜਮਾਨ ਕਰ ਦਿੱਤਾ ਹੈ। ਕਾਰਜ ਅਪਰ ਸਰਬ ਕਰ ਤੇ ਲੀਨੇ। ਮਹਾਰਾਜ ਕਹਿੰਦੇ ਹੈ ਦੇਵਤਿਓ ਹੋਰ ਵੀ ਸਾਰੇ ਜਿਹੜੇ ਕੋਈ ਕਾਰਜ ਸਨ ਥਾਂ ਥਾਈ ਉਹ ਵੀ ਅਸੀਂ ਪੂਰੇ ਕਰ ਲਏ ਨੇ। ਆਨ ਅਬਹਿ ਤੁਮ ਦਰਸ਼ਨ ਦੀਨੇ। ਆ ਧੰਨ ਭਾਗ ਹੈ ਮਹਾਰਾਜ ਨਿਮਰਤਾ ਜਣਾਉਂਦੇ ਸਤਿਗੁਰੂ ਵੀ ਦੇਵਤਿਆਂ ਨੂੰ ਵੇਖੀਏ ਵੀ ਇਹਨਾਂ 'ਚ ਹੰਕਾਰ ਹੈ ਜਾਂ ਕਿਵੇਂ ਕਹਿੰਦੇ ਨੇ ਅੱਗੋਂ। ਉਹਨਾਂ ਦੀ ਪਰਖ ਜੀ ਕਰਨ ਲਈ ਸਤਿਗੁਰੂ ਕਹਿੰਦੇ ਵੀ ਅਸੀਂ ਤਾਂ ਸਭ ਕੁਝ ਤਿਆਰੀ ਦੇ ਸਹਿਤ ਹੀ ਹਾਂ। ਬਾਕੀ ਧੰਨ ਹੈ ਵੀ ਤੁਸੀਂ ਬਹੁਤ ਚੰਗਾ ਕੀਤਾ ਜਿਹੜਾ ਆ ਕੇ ਸਾਨੂੰ ਇੱਥੇ ਕੀਰਤਪੁਰ ਦਰਸ਼ਨ ਦਿੱਤੇ ਤੁਸੀਂ। ਅਤ ਸੁੰਦਰ ਆਗਮਨ ਤੁਮਾਰਾ। ਤੁਹਾਡਾ ਆਉਣਾ ਬੜਾ ਹੀ ਸੁੰਦਰ ਹੈ, ਬਹੁਤ ਹੀ ਖੁਸ਼ੀ ਹੋਈ ਹੈ ਤੁਹਾਡੇ ਆਉਣ ਕਰਕੇ ਸਾਨੂੰ। ਦੇਬੋ ਪਰ ਸਚ ਸਰਾਪ ਉਦਾਰਾ। 6ਵੇਂ ਪਾਤਸ਼ਾਹ ਦੇਵਤਿਆਂ ਨੂੰ ਕਹਿੰਦੇ ਵੀ ਤੁਸੀਂ ਜੇ ਕਿਸੇ ਨੂੰ ਵਰ ਦੇਣਾ ਹੋਵੇ, ਕਿਸੇ ਨੂੰ ਸ਼ਰਾਪ ਦੇਣਾ ਹੋਵੇ, ਤੁਹਾਡੇ ਉਹ ਸਾਰੇ ਵਚਨ ਪੂਰੇ ਹੁੰਦੇ ਹਨ। ਸਫਲ ਸੋ ਪਾਵਨ ਦਰਸ਼ ਵਿਸਾਲੇ। ਤੁਹਾਡੇ ਪਵਿੱਤਰ ਦਰਸ਼ਨ ਸਫਲ ਨੇ, ਜਿਹੜਾ ਕਰ ਲੈਂਦਾ ਉਹਨੂੰ ਬੜਾ ਲਾਭ ਮਿਲਦਾ ਏ। ਕਰਤ ਜਗਤ ਸਭ ਕੀ ਪ੍ਰਤਪਾਲੇ। ਇਹ ਦੇਵਤਿਓ ਤੁਸੀਂ ਸਾਰੇ ਜਗਤ ਦੀ ਪ੍ਰਤਪਾਲਨਾ ਕਰਦੇ ਹੋ। ਕੋਈ ਅੱਗ ਰੂਪ ਹੋ ਕੇ, ਕੋਈ ਪੌਣ ਰੂਪ ਹੋ ਕੇ, ਕੋਈ ਵਾਯੂ ਰੂਪ ਜਲ ਰੂਪ ਹੋ ਕੇ। ਆਸ਼ਰਿਤ ਸਕਲ ਤੁਮਾਰੇ ਆਹੈ। 6ਵੇਂ ਪਾਤਸ਼ਾਹ ਕਹਿੰਦੇ ਦੇਵਤਿਆਂ ਨੂੰ ਵੀ ਸਾਰੇ ਤੁਹਾਡੇ ਹੀ ਆਸਰੇ ਹੈ, ਵੀ ਤੁਹਾਡਾ ਹੀ ਓਟ ਆਸਰਿਆ ਜਾਂ ਲੈ ਕੇ ਲੋਕ ਤੁਰੇ ਫਿਰਦੇ ਨੇ। ਸੇਵਤ ਜੋ ਸੋ ਕਾਮਨਾ ਲਹੈ। ਜਿਹੜਾ ਵੀ ਤੁਹਾਡੀ ਸੇਵਾ ਕਰਦਾ ਭਾਵਨਾ ਨਾਲ ਉਹ ਆਪਣੀ ਕਾਮਨਾ ਦਿਲ ਦੀ ਇੱਛਾ ਪੂਰੀ ਕਰ ਲੈਂਦਾ ਹੈ। ਸੁਰ ਸਰਗਨ ਆਪਣੀ ਵਡਿਆਈ। ਜਦੋਂ ਸਾਰੇ ਹੀ ਦੇਵਤਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਆਪਣੀ ਵਡਿਆਈ ਦੇ ਬਚਨ ਸਰਵਣ ਕੀਤੇ। ਕਰੋ ਮਰਜ਼ਾਦਾ ਰਖੋ ਗੁਸਾਈ। ਕਹਿਓ ਮਰਜ਼ਾਦਾ ਰੱਖੋ ਗੁਸਾਈ। ਕਹਿੰਦੇ ਮਹਾਰਾਜ ਮਰਿਆਦਾ ਰੱਖੋ। ਪਾਤਸ਼ਾਹ ਜੀ ਆਪ ਕਿਰਪਾ ਹੀ ਕਰੋ, ਤਰਸੀ ਕਰੋ ਸਾਡੇ ਉੱਤੇ। ਇਹ ਜੋ ਤੁਸੀਂ ਬਚਨ ਕਰ ਰਹੇ ਹੋ ਮਹਾਰਾਜ ਸਾਹਿਬ, ਮਰਿਆਦਾ ਤਾਂ ਇਹ ਕਹਿੰਦੀ ਹੈ। ਦਈ ਆਪ ਕੀ ਬਹੁ ਉਚਤਾਈ। ਇਹ ਤਾਂ ਵਡਿਆਈ ਤੁਹਾਡੀ ਦਿੱਤੀ ਹੋਈ ਹੈ ਵੀ ਜੇ ਸਾਡੇ ਕੋਲ ਕੋਈ ਵਡਿਆਈ ਹੈ, ਇਹ ਤਾਂ ਵੈਸੇ ਤੁਸੀਂ ਸਾਨੂੰ ਆਪਣੇ ਸੇਵਕ ਜੇ ਜਾਣ ਕੇ ਮਾਣ ਸਨਮਾਨ ਜਾਂ ਦੇਈ ਜਾਂਦੇ ਹੋ ਵੀ ਤੁਹਾਡੇ ਦਰਸ਼ਨ ਸਫਲੇ ਨੇ। ਪਰ ਹੇ ਗੁਰੂ ਹਰਗੋਬਿੰਦ ਸਾਹਿਬ ਜੀ, ਇਹ ਜਿਹੜੀਆਂ ਸਵਰਗਪੁਰੀਆਂ, ਇਹ ਦੇਵਤਿਆਂ ਦੀਆਂ ਦੇਹਾਂ, ਇਹ ਜਿਹੜੀਆਂ ਵਡਿਆਈਆਂ ਸਾਨੂੰ ਮਿਲੀਆਂ ਤੁਸੀਂ ਤਾਂ ਦਿੱਤੀਆਂ ਹਨ। ਪਰੇ ਪੀਰ ਤੁਮ ਹੋ ਸਹਾਈ। ਜਦੋਂ ਮਹਾਰਾਜ ਸਾਡੇ ਤੇ ਕੋਈ ਭੀੜ ਪੈਂਦੀ ਹੈ ਰਾਖਸ਼ਾਂ ਦੇ ਕੋਲੋਂ ਰੱਖਿਆ ਕਰਨ ਦੇ ਲਈ, ਤੁਸੀਂ ਤਾਂ ਸਾਡੇ ਸਹਾਈ ਹੁੰਦੇ ਹੋ। ਜਬ ਕਪ ਸੰਕਟ ਕਟੇ ਹਮਾਰੇ। ਦੇਵਤੇ ਕਹਿੰਦੇ ਨੇ ਮਹਾਰਾਜ ਜਦੋਂ ਕਦੋਂ ਵੀ ਕੋਈ ਸੰਕਟ ਮੁਸੀਬਤ ਪਈ ਹੈ, ਉਹ ਤੁਸੀਂ ਸਾਡੇ ਸੰਕਟ ਮੁਸੀਬਤਾਂ ਹਰ ਵੇਲੇ ਕੱਟੀਆਂ ਦੂਰ ਕੀਤੀਆਂ ਹਨ। ਬਲੀ ਬਲੰਦ ਸੁਧ ਵੈਖੀ ਮਾਰੇ। ਬਹੁਤ ਮਹਾਰਾਜ ਬਲੀ ਹੋ, ਬੜੇ ਬਲੰਦ ਸੂਰਮੇ ਹੋ, ਬਹੁਤ ਦਵੈਸ਼ੀ ਤੁਸੀਂ ਦੋਖੀ ਮਾਰੇ ਹਨ। ਨਿਸ਼ਕਟਕ ਕਰ ਰਾਜ ਬਿਠਾਏ। ਤੇ ਮਹਾਰਾਜ ਸਾਨੂੰ ਬੇਫਿਕਰ ਕਰਕੇ, ਸੰਸੇ ਤੋਂ ਰਹਿਤ ਕਰਕੇ ਦੇਵਪੁਰੀ ਦਾ, ਸਵਰਗਪੁਰੀ ਦਾ ਰਾਜ ਭਾਗ ਜੋ ਤੇ ਤੁਸੀਂ ਨੇ ਬਿਠਾਇਆ। ਸਾਡੇ ਕੋਲ ਤਾਂ ਰਾਖਸ਼ ਦੈਂਤ ਜਦੋਂ ਮਰਜ਼ੀ ਪੁਰੀ ਖੋਹ ਲੈਂਦੇ ਸਨ, ਪਰ ਹੇ ਮਹਾਰਾਜ ਸਾਨੂੰ ਪੁਰੀ ਦੇ ਵਿੱਚ ਬੈਠਣ ਯੋਗ ਤੁਸੀਂ ਹੀ ਤੇ ਬਣਾਇਆ ਹੈ। ਉਸਤਤ ਕਰਤ ਭਏ ਸਮੁਦਾਏ। ਇਸ ਤਰ੍ਹਾਂ ਸਮੂਹ ਦੇਵਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਦੇ ਬਚਨ ਕਹਿੰਦੇ ਨੇ। ਸੁਰੋਵਾਚ ਭੁਜੰਗ ਪਰਿਆਤ ਛੰਦ। ਸੁਰੋਵਾਚ ਤੋਂ ਭਾਵ ਵੀ ਦੇਵਤਿਆਂ ਨੇ ਜੋ ਗੁਰੂ ਸਾਹਿਬ ਦੀ ਵਡਿਆਈ ਦੇ ਬਚਨ ਕਹੇ ਨੇ, ਉਹ ਭੁਜੰਗ ਛੰਦ ਉਚਾਰਦੇ ਹਨ। ਸਦਾ ਦੇਵ ਪਾਲੋ। ਇਹ ਮਹਾਰਾਜ ਸਭ ਦੇਵਤਿਆਂ ਨੂੰ 33 ਕਰੋੜ ਦੇਵੀ ਦੇਵਤਿਆਂ ਦੀ ਪਾਲਣਾ ਤੁਸੀਂ ਕਰਦੇ ਹੋ ਹਮੇਸ਼ਾ। ਬਿਨੈ ਆਪ ਮੰਨੋ। ਜਦੋਂ ਮਹਾਰਾਜ ਤੁਹਾਡੇ ਚਰਨਾਂ 'ਚ ਬੇਨਤੀ ਕਰੀਦੀ ਹੈ, ਆਪ ਉਸੇ ਵੇਲੇ ਮੰਨ ਲੈਂਦੇ ਹੋ। ਸਹਾਈ ਬਣੋ। ਮਹਾਰਾਜ ਸਹਾਈ ਹੁੰਦੇ ਹੋ, ਮਦਦਗਾਰ ਬਣਦੇ ਹੋ। ਬਿਰੰਦ ਦੋਖਿਨ ਹਾਨੋ। ਬਰਿੰਦ ਦੋਖੀਨ ਹਾਨੋ। ਤੇ ਬਰਿੰਦ ਬਹੁਤ ਹੀ ਜਿਹੜੇ ਦੋਸ਼ੀ, ਦਵੈਸ਼ ਕਰਨ ਵਾਲੇ, ਧੱਕਾ ਕਰਨ ਵਾਲੇ ਦੁਸ਼ਟਾਂ ਨੂੰ ਨਾਸ਼ ਕਰਦੇ ਹੋ। ਮਹਾਰਾਜ ਰਾਜਾਨਾ
ਰਾਜਾ ਤੇ ਰਾਜੋ। ਇਹ ਮਹਾਰਾਜ ਸਾਹਿਬ ਜੀ ਤੁਸੀਂ ਸਭ ਰਾਜਿਆਂ ਦੇ ਰਾਜੇ ਹੋ। ਮਹਾਰਾਜ ਰਾਜ ਹਨ, ਸਭ ਰਾਜਿਆਂ ਦੇ ਤੁਸੀਂ ਵੱਡੇ ਮਹਾਰਾਜੇ ਹੋ, ਰਾਜਾ ਤੇ ਰਾਜੋ। ਅਤੇ ਹੇ ਮਹਾਰਾਜ ਰਾਜਿਆਂ ਦੇ ਵੀ ਜੋ ਰਾਜੇ ਨੇ ਉਹਨਾਂ ਦੇ ਵੀ ਆਪ ਮਹਾਰਾਜੇ ਹੋ। ਜਿਵੇਂ ਦਸਮ ਪਾਤਸ਼ਾਹ ਕਹਿੰਦੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ। ਵੀ ਸਭ ਰਾਜਿਆਂ ਮਹਾਰਾਜਿਆਂ ਦੇ ਵੀ ਰਾਜੇ ਹੋ ਪਰਮੇਸ਼ਰ ਜੀ। ਮਹਾ ਤੇਜ ਧਾਰੀ। ਫਿਰ ਬੜਾ ਹੀ ਤੇਜ ਹੈ ਤੁਹਾਡੇ ਵਿੱਚ। ਤੇਜ ਹੁੰਦਾ ਵੀ ਜਿਹੜਾ ਝੱਲਿਆ ਨਾ ਜਾਵੇ, ਸਾਹਮਣੇ ਵਾਲੇ ਕੋ ਪ੍ਰਭਾਵ ਨਾ ਝੱਲ ਹੋਵੇ, ਐਸਾ ਪ੍ਰਭਾਵ ਹੈ ਤੁਹਾਡਾ। ਕਰੋ ਸੰਤ ਕਾਜੋ। ਤੇ ਜਿਹੜੇ ਸੰਤ ਸਵਾਸ ਸਵਾਸ ਨਾਮ ਜਪਦੇ ਨੇ, ਇਹ ਗੁਰੂ ਹਰਗੋਬਿੰਦ ਸਾਹਿਬ ਤੁਸੀਂ ਉਹਨਾਂ ਦੇ ਲੋਕ ਪਰਲੋਕ ਦੇ ਕਾਰਜ ਸਫਲੇ ਕਰਦੇ ਹੋ। ਜਗਨਨਾਥ ਮਾਧੋ। ਸਾਰੇ ਜਗਤ ਦੇ ਤੁਸੀਂ ਨਾਥ ਹੋ ਸਤਿਗੁਰੂ ਜੀ। ਫਿਰ ਮਾਧੋ ਮਾਇਆ ਦੇ ਪਤੀ, ਮਾਇਆ ਨੂੰ ਸਹਾਰਾ ਆਸਰਾ ਵੀ ਤੇ ਤੁਹਾਡਾ ਹੀ ਏ। ਸਰੂਪੰ ਛਬੀਲਾ। ਸਰੂਪੰ ਛਬੀਲਾ, ਛਵੀ ਆਲਾ, ਆਲਾ ਨਾਮ ਹੁੰਦਾ ਘਰ, ਤੇ ਛਵੀ ਸੁੰਦਰਤਾ। ਮਹਾਰਾਜ ਸੁੰਦਰਤਾ ਦੇ ਛਵੀ ਦੇ ਤੁਸੀਂ ਘਰ ਹੋ। ਤੁਹਾਡਾ ਸਰੂਪ ਸੁੰਦਰਤਾ ਦਾ ਘਰ ਹੈ, ਭਾਵ ਸਾਰੀ ਸੁੰਦਰਤਾ ਤੁਹਾਡੇ ਸਰੂਪ ਦੇ ਵਿੱਚ ਹੀ ਹੈ, ਜਿਹੜਾ ਸਤ ਚਿਤ ਆਨੰਦ ਸਰੂਪ ਹੈ ਤੁਹਾਡਾ। ਕਰੋ ਲੋਕ ਮੈਂ ਮਾਨ ਵਿਚਾਰ ਲੀਲਾ। ਤੇ ਮਹਾਰਾਜ ਇਹ ਤਾਂ ਤੁਸੀਂ ਸੰਸਾਰ ਦੇ ਵਿੱਚ ਆਮ ਮਨੁੱਖਾਂ ਵਾਂਗ ਵਿਚਰ ਕੇ ਲੀਲਾ ਕਰ ਰਹੇ ਹੋ, ਕੌਤਕ ਕਰ ਰਹੇ ਹੋ ਜਗਤ ਦੀ ਕਲਿਆਣ ਵਾਸਤੇ। ਮਹਾਪੰਥ ਸਿੱਖੀ ਬਿਥਾਰੀ ਮੁਕੰਦਾ। ਨਇਓ ਪੰਥ ਸਿੱਖੀ। ਮਹਾਰਾਜ ਇਹ ਨਵਾਂ ਮਾਰਗ ਤੁਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਰੂਪ ਹੋ ਕਰਕੇ ਜਗਤ ਦੀ ਕਲਿਆਣ ਦੇ ਵਾਸਤੇ ਸਿੱਖੀ ਦਾ ਵਿਸਥਾਰ ਕੀਤਾ ਹੈ, ਮੁਕਤੀ ਦਾ ਤੇ ਵਿਕਾਰੰ ਬਹੀਨਾ। ਫਿਰ ਮਹਾਰਾਜ ਤੁਸੀਂ ਵਿਕਾਰਾਂ ਤੋਂ ਰਹਿਤ ਹੋ। ਬੰਧਨ ਨਿਕੰਦਾ। ਜਿਹੜਾ ਤੁਹਾਡੀ ਸ਼ਰਨ ਆਉਂਦਾ ਏ ਉਹਨੂੰ ਵੀ ਵਿਕਾਰਾਂ ਤੋਂ ਰਹਿਤ ਕਰਕੇ ਖੋਟੇ ਬੰਧਨਾਂ ਨੂੰ ਕੱਟਣ ਵਾਲੇ ਹੋ। ਖੋਟੇ ਬੰਧਨ ਜਿਹੜੀਆਂ ਭੈੜੀਆਂ ਆਦਤਾਂ, ਮਾੜਾ ਸੁਭਾਅ ਜੀਵ ਦਾ ਪੈ ਜਾਣਾ, ਚੋਰੀ ਜਾਰੀ ਵਿਸ਼ੇ ਭੋਗਣੇ, ਇਹੋ ਜਿਹੇ ਬੰਧਨਾਂ ਨੂੰ ਮਹਾਰਾਜ ਤੁਸੀਂ ਦੂਰ ਕਰਨ ਵਾਲੇ ਹੋ। ਭਾਈ ਬੁੱਧ ਮੰਦੰ। ਭਾਈ ਬੁੱਧ ਮੰਦੰ, ਕਿਉਂਕਿ ਜੋ ਇਹ ਕਲਯੁਗ ਦਾ ਸਮਾਂ ਹੈ, ਲੋਕਾਂ ਦੀ ਮਤ ਬੁੱਧੀ ਜਿਹੜੀ ਹੈ ਨੀਵੀਂ ਹੋ ਗਈ ਏ। ਕਲੀ ਕਾਲ ਜਾਨੀ। ਕਲਯੁਗ ਦੇ ਲੋਕ ਤੁਸ਼ ਬੁੱਧੀ ਵਾਲੇ, ਘੱਟ ਅਕਲ ਵਾਲੇ ਜਾਣ ਕਰਕੇ ਦੇਉ ਵੇਦ ਸਾਰੰ। ਜਿਹੜੇ ਵੇਦ ਨੇ, ਵੇਦਾਂ ਤੋਂ ਵੀ ਸ੍ਰੇਸ਼ਟ ਰਚੀ ਚਾਰ ਬਾਣੀ। ਬੜੀ ਸੁੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਬਾਣੀ ਰਚੀ ਹੈ। ਕਲਯੁਗ ਦੇ ਜੀਵ ਜਿਹੜੇ, ਇਹਨਾਂ ਦੀ ਮੱਤ ਥੋੜੀ ਹੋ ਗਈ ਹੈ, ਵੇਦ ਪੜ੍ਹ ਕੇ ਲਾਹਾ ਨਹੀਂ ਲੈ ਸਕਦੇ ਤੇ ਨਾ ਹੀ ਵੇਦ ਇਹਨਾਂ ਦਾ ਭਲਾ ਮਹਾਰਾਜ ਕਰ ਸਕਦੇ ਸੀ। ਇਹ ਤੁਸੀਂ ਕਿਰਪਾ ਕਰਕੇ ਮੰਦਮਤੀ ਲੋਕਾਂ ਦੇ ਸਮਝ ਆਉਣ ਵਾਲੀ, ਇਹਨਾਂ ਦੀ ਕਲਿਆਣ ਵਾਲੀ ਜਿਹੜੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚੀ ਹੈ, ਪਠਨ ਤੇ ਸੁਨਨ ਤੇ। ਜਿਹੜਾ ਵੀ ਪ੍ਰੇਮ ਨਾਲ ਇਹ ਬਾਣੀ ਨੂੰ ਪੜ੍ਹਦਾ ਹੈ, ਜਿਹੜਾ ਵੀ ਭਾਵਨਾ ਦੇ ਨਾਲ ਬਾਣੀ ਨੂੰ ਸੁਣਦਾ ਏ, ਅਨੰਤੇ ਕਲੰਕ। ਉਹਦੇ ਮਹਾਰਾਜ ਸਭ ਕਲੰਕ ਪਾਪ ਦੋਸ਼ ਨਾਸ ਹੀ ਹੁੰਦੇ ਜਾਂਦੇ ਨੇ, ਬਾਣੀ ਪੜ੍ਹਨ ਤੇ ਬਾਣੀ ਸੁਣਨ ਵਾਲੇ ਦੇ। ਲਹਿ ਮੋਖ ਕੋ। ਫਿਰ ਮਹਾਰਾਜ ਗੁਰਬਾਣੀ ਪੜ੍ਹਿਆ ਮੁਕਤੀ ਨੂੰ ਪ੍ਰਾਪਤ ਹੁੰਦੇ ਨੇ, ਜੀਵਨ ਮੁਕਤੀ ਦਾ ਆਨੰਦ ਤੁਹਾਡੇ ਸਿੱਖ ਮਾਣਦੇ ਨੇ। ਅੰਤ ਕੈ ਨਾ ਆਤੰਕ। ਤੇ ਜਿਹੜਾ ਅੰਤ ਦਾ ਸਮਾਂ ਏ, ਮੋਖ ਲੈਂਦੇ ਨੇ, ਤੇ ਜਿਹੜੇ ਆਤੰਕ ਡਰ ਦੇਣ ਵਾਲੇ ਨੇ, ਜਮਾਂ ਦਾ ਉਹਨਾਂ ਨੂੰ ਡਰ ਨਹੀਂ ਰਹਿੰਦਾ, ਜੋ ਗੁਰਬਾਣੀ ਦੇ ਲੜ ਲੱਗ ਗਏ ਹਨ। ਭਾਏ ਬੰਸ ਬੇਦੀ। ਇਹ ਮਹਾਰਾਜ ਤੁਸੀਂ ਹੀ ਪਹਿਲੇ ਸਰੂਜ ਬੇਦੀਆਂ ਦੀ ਬੰਸ ਵਿੱਚ ਗੁਰੂ ਨਾਨਕ ਰੂਪ ਆਏ ਹੋ। ਦਿਖੈ ਸੰਤ ਮੰਤਾ। ਅਤੇ ਆਪ ਜੀ ਨੇ ਫਿਰ ਸ਼ਾਂਤ ਆਤਮਾ ਦੇ ਮੰਤਰ ਦਾਤਾ, ਸ਼ਾਂਤੀ ਦੀ ਮੱਤ ਵਾਲੇ ਹੋ ਕੇ ਜਗਤ ਦੀ ਕਲਿਆਣ ਕੀਤੀ ਹੈ। ਦਿਓ ਸਤਿਨਾਮੋ। ਤੇ ਸਭ ਦੇ ਭਲੇ ਵਾਸਤੇ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਬਖਸ਼ਿਆ ਏ। ਮਹਾ ਮੰਤਰ ਜਨਤਾ। ਜਿਹੜਾ ਜੀਵਾਂ ਨੂੰ ਮਹਾ ਮੰਤਰ, ਸਭ ਤੋਂ ਸ੍ਰੇਸ਼ਟ ਮੰਤਰ ਬਖਸ਼ ਦਿੱਤਾ ਹੈ ਜਗਤ ਦੀ ਕਲਿਆਣ ਵਾਸਤੇ। ਨਵੋ ਖੰਡ ਮਾਹੀ। ਤੇ ਫਿਰ ਨੌਵੇਂ ਜਿਹੜੇ ਮਹਾਰਾਜ ਸਾਹਿਬ ਜੀ ਖੰਡ ਨੇ, ਨੌਵੇਂ ਜਿਹੜੇ ਲੋਕ ਹਨ, ਕਰੀ ਕਿਤ ਮੰਡਨ। ਆਪ ਜੀ ਨੇ ਉਹਦੇ ਵਿੱਚ ਐਸੀ ਕਿਰਤ ਮੰਡੀ ਹੈ, ਐਸੀ ਖੇਡ ਸਤਿਗੁਰੂ ਜੀ ਆਪ ਜੀ ਨੇ ਰਚਾਈ ਹੈ ਵੀ ਜੋ ਨੌਵੇਂ ਖੰਡ ਨੇ, ਨਵੋ ਖੰਡ ਮਾਹੀ, 9 ਖੰਡਾਂ ਵਾਲੀ ਜੋ ਧਰਤੀ ਹੈ, ਕਰੀ ਕਿਰਤ ਮੰਡਨ।
ਇਹਦੇ ਵਿੱਚ ਆਪ ਜੀ ਨੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਰੂਪ ਹੋ ਕਰਕੇ ਵਾਹਿਗੁਰੂ ਦੀ ਜਿਹੜੀ ਕਿਰਤ ਕੀ ਹੈ, ਕੀਰਤੀ, ਵਾਹਿਗੁਰੂ ਦੀ ਮਹਿਮਾ ਐਸੀ ਸਥਾਪਨ ਕਰ ਦਿੱਤੀ, ਐਸੀ ਪ੍ਰਗਟ ਕਰ ਦਿੱਤੀ ਏ। ਗੁਰੂ ਰੂਪ ਹੋਏ ਆਪ ਜੀ ਗੁਰੂ ਰੂਪ ਹੋ ਕੇ ਸਭ ਦੀ ਕਲਿਆਣ ਕਰ ਰਹੇ ਹੋ। ਮਤੰ ਖੰਡ ਖੰਡਨ ਅਤੇ ਫਿਰ ਹੰਕਾਰ ਦੇ ਮਸਤਿਆਂ ਦੇ ਹੰਕਾਰ ਨੂੰ ਟੋਟੇ ਟੋਟੇ ਕਰਤਾ। ਜਿਹੜਾ ਹੰਕਾਰੀ ਆਇਆ ਉਹਦਾ ਹੰਕਾਰ ਪਾਤਸ਼ਾਹ ਜੀ ਆਪ ਜੀ ਨੇ ਨਾਸ਼ ਕੀਤਾ ਏ। ਹਰਿਓ ਕੋ ਨਾ ਆਗੇ ਕੋਈ ਵੀ ਤੁਹਾਡੇ ਅੱਗੇ ਅੜਿਆ ਨਹੀਂ ਹੈ। ਜਿੱਥੇ ਵੀ ਗੁਰੂ ਨਾਨਕ ਰੂਪ ਹੋ ਕੇ ਤੁਸੀਂ ਗਏ ਜਗਤ ਦੇ ਭਲੇ ਵਾਸਤੇ, ਕਰਾਮਾਤ ਭਾਰੇ ਵੱਡੀਆਂ ਵੱਡੀਆਂ ਸ਼ਕਤੀਆਂ ਵਾਲੇ ਜਿਹੜੇ ਸਨ ਉਹ ਵੀ ਬਲੀ ਕੰਧਾਰੀ ਵਰਗੇ ਤੁਹਾਡੇ ਚਰਨਾਂ ਦੇ ਡਿੱਗ ਪਏ। ਜਸੰਚਾਰ ਫੈਲਾ ਸ੍ਰੇਸ਼ਟ ਮਹਾਰਾਜ ਸੁੰਦਰ ਜਾਸੀ ਤੁਹਾਡਾ ਚੌਵੇਂ ਪਾਸੇ ਫੈਲਿਆ ਜਹਾਨ ਵਿੱਚ। ਜਪੈ ਨਾਮ ਸਾਰੇ ਸਾਰੇ ਹੀ ਸਿੱਖ ਤੁਹਾਡਾ ਬਖਸ਼ਿਆ ਵਾਹਿਗੁਰੂ ਦਾ ਨਾਮ ਜਪਦੇ ਨੇ। ਮਹਾਮੋਹ ਸੌਂਡੀ ਫਿਰ ਮਹਾਰਾਜ ਤੁਸੀਂ ਮਹਾਮੋਹ ਸੋਂਢੀ, ਜਿਹੜਾ ਮੋਹ ਹੈ ਨਾ ਜੀਵਾਂ ਦੇ ਅੰਦਰ, ਇਹ ਇਸ ਤਰ੍ਹਾਂ ਵੀ ਜਿਵੇਂ ਕੋਈ ਬਹੁਤਾ ਹੰਕਾਰਿਆ ਤਗੜਾ ਬਲੀ ਹਾਥੀ ਹੋਵੇ ਹਿਰਦੈ ਕਾਨ ਨੋ ਮੈਂ ਤੇ ਹਿਰਦਾ ਹੈ ਜਿਹੜਾ ਜੀਵਾਂ ਦਾ, ਇਹ ਮਾਨੋ ਜੰਗਲ ਹੋਵੇ। ਜਿਵੇਂ ਜੰਗਲਾਂ 'ਚ ਹਾਥੀ ਫਿਰਦੇ ਆ, ਐਵੇਂ ਜੀਵਾਂ ਦੇ ਹਿਰਦੇ ਰੂਪੀ ਜੰਗਲਾਂ ਦੇ ਵਿੱਚ ਮੋਹ ਰੂਪੀ ਹਾਥੀ ਜਿਹੜੇ ਸਨ ਨੁਕਸਾਨ ਕਰ ਰਹੇ ਸੀ। ਵੱਡੋ ਬਾਕ ਸ਼ੇਰਨ ਪਰ ਮਹਾਰਾਜ ਜਿਹੜੇ ਤੁਹਾਡੇ ਬਚਨ ਨੇ ਉਹ ਵੱਡੇ ਬੱਬਰ ਸ਼ੇਰ ਦੀ ਨੇ ਆਈ ਹਨ। ਤੁਮਾਰੋ ਜਨੋ ਮੈਂ ਹਾਂ, ਜਨਾਂ ਦੇ ਹਿਰਦੇ ਰੂਪੀ ਬਨ ਵਿੱਚ ਮਹਾ ਮੋਹ ਰੂਪੀ ਹਾਥੀ ਨੂੰ ਆਪਦੀ ਬਾਣੀ ਵੱਡੇ ਸ਼ੇਰ ਦੇ ਵਾਂਗ ਅੱਗਿਓਂ ਹੋ ਕੇ ਮਿਲੀ। ਜਿਵੇਂ ਬੱਬਰ ਸ਼ੇਰ ਦੀ ਦਹਾੜ ਸੁਣ ਕੇ ਹਾਥੀ ਵਰਗੇ ਵੀ ਨੱਸ ਜਾਂਦੇ ਨੇ, ਐਵੇਂ ਤੁਹਾਡੀ ਬਾਣੀ ਤੁਹਾਡੇ ਬਚਨ ਸੁਣ ਕੇ ਮਹਾਰਾਜ ਸਾਹਿਬ ਜੀ ਉਹ ਜੀਵਾਂ ਦੇ ਅੰਦਰੋਂ ਮੋਹ ਰੂਪੀ ਹਾਥੀ ਵੀ ਚਲਾ ਗਿਆ, ਨਾਸ ਹੋ ਗਿਆ। ਕਈ ਕੋਟ ਦਾਸਾਨ ਹਾਂ, ਕਈ ਕੋਟ ਦਾਸਾਨ, ਕਈ ਕਰੋੜਾਂ ਹੀ ਜਿਹੜੇ ਤੁਹਾਡੇ ਸਿੱਖ ਸੇਵਕ ਹੋਏ ਨੇ। ਕੋ ਪਾਰ ਕੀਨੋ ਉਹ ਸਾਰਿਆਂ ਨੂੰ ਮਹਾਰਾਜ ਤੁਸੀਂ ਜਗਤ ਤੋਂ ਪਾਰ ਕੀਤਾ ਏ, ਮੋਹ ਤੋਂ ਬਚਾ ਕੇ। ਖਟਨ ਰੂਪ ਧਾਰੇ ਹੁਣ ਤੀਕਰ ਤੁਸੀਂ ਸ਼ੇਸ਼ ਰੂਪ ਧਾਰੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕਰਕੇ। ਭਲੋ ਪੰਥ ਦੀਨੋ ਤੇ ਭਲਾ ਪੰਥ, ਪੰਥ ਹੁੰਦਾ ਰਾਹ, ਇੱਕ ਰਾਹ ਹੁੰਦਾ ਹੈ ਟੋਇਆਂ ਵਾਲਾ, ਉਬੜ ਖਾਬੜ ਜਿੱਧਰ ਦੀ ਜਾਣਨਾ ਮੁਸ਼ਕਲ ਆਉਂਦੀ ਹੈ। ਇੱਕ ਰਸਤਾ ਹੁੰਦਾ ਹੈ ਸਾਫ ਸੁਥਰਾ, ਹਰ ਕੋਈ ਉਧਰਲੇ ਬੰਨੇ ਨੂੰ ਜਾਣਾ ਚਾਹੁੰਦਾ, ਭਾਵੇਂ ਵੱਲ ਪਾ ਕੇ ਵੀ ਆਉਣਾ ਪਵੇ। ਤੇ ਇੱਥੇ ਪੰਥ ਦਾ ਭਾਵ ਹੈ ਰਸਤਾ, ਮਾਰਗ। ਤੇ ਜੋ ਸਿੱਖੀ ਹੈ ਇੱਕ ਮਾਰਗ ਹੈ, ਇੱਕ ਰਸਤਾ ਹੈ, ਸੌਖਾ ਰਸਤਾ ਹੈ, ਬਿਹੰਗਮ ਪੰਛੀਆਂ ਵਾਲਾ ਰਸਤਾ ਹੈ। ਜਿਵੇਂ ਕੀੜੀ ਨੇ ਵੀ ਫਲ ਤੀਕਰ ਜਾਣਾ ਹੋਵੇ, ਉਹਨੂੰ ਸਹਿਜੇ ਸਹਿਜੇ ਜਿਹੜਾ ਧਰਤੀ ਤੇ ਦਰਖਤ ਦੇ ਤਣੇ ਤੇ ਟਹਿਣੀਆਂ ਤੇ ਤੁਰ ਕੇ ਫੇਰ ਫਲ ਤੀਕਰ ਪਹੁੰਚ ਸਕਦੀ ਹੈ। ਪੰਛੀ ਜਿਹੜਾ ਹੈ ਛਾਲ ਮਾਰ ਕੇ, ਉਡਾਰੀ ਮਾਰ ਕੇ ਪਹੁੰਚ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਜੀਓ ਆਪ ਜੀ ਨੇ ਬੜਾ ਹੀ ਭਲਾ ਬਿਹੰਗਮ ਮਾਰਗ ਬਖਸ਼ਿਆ ਏ, ਬ੍ਰਹਮ ਗਿਆਨ ਮੁਕਤੀ ਦਾ ਫਲ ਲੈਣ ਦੇ ਲਈ। ਗੁਰੂ ਸਿੱਖ ਕੈ ਨੀਰ ਜਾਵੇ ਨਾ ਦੂਤੰ ਤੇ ਜਿਹੜੇ ਹੈ ਮਹਾਰਾਜ ਤੁਹਾਡੇ ਸਿੱਖ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਆਉਂਦੇ, ਕਿਉਂਕਿ ਹੁਕਮ ਹੋਇਆ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਰਹਿ ਛੁਟੈ ਨਿਕਟ ਨਾ ਜਾਈਓ ਦੂਤ। ਇਹ ਹੁਕਮ ਹੈ। ਤੇ ਮਹਾਰਾਜ ਜਿਹੜੇ ਦੂਤ ਨੇ ਉਹ ਤੁਹਾਡੇ ਸਿੱਖਾਂ ਦੇ ਨੇੜੇ ਨਹੀਂ ਟੁਕਦੇ। ਧਿਆਨ ਕੋ ਜਿਹੜਾ ਵੀ ਆਪ ਜੀ ਦੇ ਸਰੂਪ ਦਾ ਧਿਆਨ ਧਰਦਾ ਸਿੱਖ ਸਮਾਧੀ ਲਾਉਂਦਾ ਏ, ਹੋਏ ਸੋ ਬੁੱਧ ਪੂਤੰ ਉਹਦੀ ਜਿਹੜੀ ਬੁੱਧੀ ਹੈ, ਉਹਦੀ ਮੱਤ ਹੈ, ਉਹ ਪਵਿੱਤਰ ਹੋ ਜਾਂਦੀ ਹੈ, ਗੰਦਗੀ ਨਿਕਲ ਜਾਂਦੀ ਹੈ, ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਏ। ਸੰਗ ਜੰਗਮ ਤੇ ਆਪ ਜੀ ਨੇ ਮਹਾਰਾਜ ਜਿਹੜੇ ਤੁਹਾਡੇ ਨਾਲ ਵੈਰ ਵੀ ਕਰਦੇ ਰਹੇ, ਉਹਨਾਂ ਨੇ ਬਹੁਤੇ ਜੰਗ ਜੁੱਧ ਕੀਤੇ ਤੁਸਾਂ ਨੇ, ਕਰੇ ਅੰਗ ਭੰਗੰ ਅਤੇ ਅਨੇਕਾਂ ਦੁਸ਼ਟਾਂ ਦੇ ਅੰਗ ਭੰਗ ਕਰਤੇ, ਭਾਵ ਕੇ ਸਰੀਰ ਦੇ ਟੋਟੇ ਟੋਟੇ ਕਰ ਦਿੱਤੇ। ਵਿਜੈਲੀਨ ਭਾਰੀ ਬੜੀ ਭਾਰੀ ਜਿੱਤ ਮਹਾਰਾਜ ਚੌਵਾਂ ਜੰਗਾਂ 'ਚ ਤੁਸੀਂ ਪ੍ਰਾਪਤ ਕੀਤੀ ਏ। ਸੋ ਧਾਰੇ ਅਤੰਗੰ ਅਤੇ ਜਿਹੜੇ ਵੀ ਤੁਹਾਡੇ ਅੱਗੇ ਆਏ ਨੇ ਉਹ ਡਰਦੇ ਮਾਰੇ ਹੁਣ ਤੁਹਾਡੇ ਸਾਹਮਣੇ ਨਹੀਂ ਹੋਣਾ ਲੋਚਦੇ। ਨਮੋ ਪਾਦ ਕੰਜੰ ਇਹ ਮਹਾਰਾਜ ਆਪ ਜੀ ਦੇ ਕਮਲ ਵਰਗੇ ਚਰਨਾਂ ਤੇ ਸਾਡੀ ਨਮਸਕਾਰ ਏ। ਕਿਰਪਾਲੰ ਸਰੂਪੰ ਮਹਾਰਾਜ ਤੁਹਾਡਾ ਸਰੂਪ ਕਿਰਪਾਲੰ, ਕਿਰਪਾ ਦਾ ਘਰ ਹੈ, ਸਦਾ ਕਿਰਪਾ ਕਰਨ ਹਾਰੇ ਹੋ।
ਮੁਕੰਦੰ ਸੁਸ਼ੰਦੰ ਮੁਕੰਦੰ ਮੁਕਤੀ ਦੇ ਦਾਤੇ ਹੋ ਅਤੇ ਸੁਸ਼ੰਦੰ ਮਹਾਰਾਜ ਸੁਤੰਤਰ ਸਰੂਪ ਹੋ ਆਨੰਦੰ ਅਨੂਪੰ ਤੇ ਫਿਰ ਮਹਾਰਾਜ ਜੀ ਆਪ ਜੀ ਸਦਾ ਹੀ ਸਤਿਚਿਤ ਆਨੰਦ ਸਰੂਪ ਤੇ ਅਨੂਪਮ ਉਪਮਾ ਤੋਂ ਰਹਿਤ ਤੁਹਾਡੀ ਕੋਈ ਉਪਮਾ ਹੀ ਨਹੀਂ ਦੇ ਸਕਦੇ ਵੀ ਹੇ ਛੇਵੇਂ ਪਾਤਸ਼ਾਹ ਤੁਸੀਂ ਫਲਾਣੇ ਵਰਗੇ ਹੋ ਤੁਸੀਂ ਆਪਣੇ ਆਪ ਜੀ ਆਨੰਦ ਸਰੂਪ ਸਦਾ ਜੈ ਦੇਵਤੇ ਕਹਿੰਦੇ ਮਹਾਰਾਜ ਸਦਾ ਹੀ ਤੁਹਾਡੀ ਜੈ ਜੈਕਾਰ ਹੈ ਸਦਾ ਹੀ ਤੁਹਾਡੀ ਜੇਤੀ ਹੈ ਸਦਾ ਜੈ ਤੁਮਾਰੀ ਮਹਾਰਾਜ ਗੱਲ ਕੀ ਸਦਾ ਹੀ ਤਿੰਨੇ ਕਾਲ ਤੁਹਾਡੀ ਹੋਈ ਜੈ ਜੈਕਾਰ ਹੋਈ ਹੈ ਹੁੰਦੀ ਹੈ ਤੇ ਹੋਵੇਗੀ ਗੁਰੂ ਰੂਪ ਸਾਰੇ ਤੇ ਸਾਰੇ ਜਿਹੜੇ ਗੁਰੂ ਸਰੂਪ ਹੁਣ ਤੀਕਰ ਆਪ ਜੀ ਨੇ ਧਾਰੇ ਨੇ ਛੇਵਾਂ ਸਰੂਪ ਜਿਵੇਂ ਤੁਸੀਂ ਹੋ ਤੇ ਸਤਵੇਂ ਥਾਂ ਤੇ ਜਿਵੇਂ ਗੁਰੂ ਹਰਿ ਸਾਹਿਬ ਜੀ ਨੂੰ ਬਿਠਾਇਆ ਏ ਨਮੋ ਹਵੈ ਹਮਾਰੀ ਦੇਵਤੇ ਕਹਿੰਦੇ ਮਹਾਰਾਜ ਤੁਹਾਡੇ ਸਤਾਂ ਹੀ ਸਰੂਪਾਂ ਨੂੰ ਸਾਡੀ ਨਮਸਕਾਰ ਹੋਵੇ ਮਨੋ ਕਾਮਨਾ ਪੂਰ ਮਹਾਰਾਜ ਮਨੋ ਕਾਮਨਾਵਾਂ ਪੂਰਨ ਕਰੋ ਦਾਸਾਨ ਕੇਰੀ ਅਸੀਂ ਸਭ ਤੁਹਾਡੇ ਦਾਸ ਸੇਵਕ ਹਨ ਮਾਣੇ ਜੇ ਕਰੋ ਦੇਵ ਬਿਰਦਾਨ ਤੇ ਪਾਤਸ਼ਾਹ ਜੀ ਆਪ ਕਰੋ ਦੇਵ ਬਿੰਦਰਾਨ ਜਿਹੜੇ ਬ੍ਰਿੰਦ ਬਹੁਤ ਹੀ ਦੇਵਤੇ ਆਏ ਹਨ ਰਸ਼ਾ ਬਡੇਰੀ ਇਹਨਾਂ ਸਾਰਿਆਂ ਦੀ ਸਾਡੀ ਰੱਖਿਆ ਕਰੋ ਜਿਵੇਂ ਸਦਾ ਸਾਨੂੰ ਮਹਾਰਾਜ ਆਪਣੀ ਚਰਨ ਸ਼ਰਨ ਰੱਖ ਕੇ ਬਚਾਉਂਦੇ ਰਹੇ ਹੋ ਐਵੇਂ ਅੱਗੇ ਵਾਸਤੇ ਵੀ ਸਾਡੀ ਰੱਖਿਆ ਕਰੋ ਦੋਹਰਾ ਇਮ ਅਸ਼ਟਕ ਸੁਰ ਸਰਬ ਕਰ ਇਸ ਪ੍ਰਕਾਰ ਦੇ ਨਾਲ ਅਸ਼ਟਕ ਕੀ ਹੈ ਵੀ 8 ਛੰਦ ਜਾਂ ਭੁਜੰਗ ਛੰਦ 8 ਪਦਿਆਂ ਵਾਲਾ ਜਿਹਦੇ ਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਕੀਤੀ ਹੈ ਉਹ ਸਰੋਵਾਕ ਉਚਾਰਨ ਕਰਕੇ ਮੈਂ ਆਨੰਦ ਪਾਏ ਦੇਵਤਿਆਂ ਨੇ ਮਹਾਰਾਜ ਦੀ ਵਡਿਆਈ ਕੀਤੀ ਜਦੋਂ ਦਰਸ਼ਨ ਕਰਕੇ ਬੜੇ ਹੀ ਖੁਸ਼ ਹੋਏ ਕਿਉਂਕਿ ਗੁਰੂ ਦਾ ਜਸ ਕਰਨ ਦੇ ਨਾਲ ਸਿੱਖ ਦਾ ਹਿਰਦਾ ਆਨੰਦਿਤ ਹੋ ਜਾਂਦਾ ਐਵੇਂ ਦੇਵਤੇ ਖੁਸ਼ ਹੋਏ ਹਨ ਦਰਸ਼ਨ ਪਰਸਨ ਸਰਸਹੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਬੜੇ ਹੀ ਖੁਸ਼ ਹਨ ਗਮਨੇ ਪੁਨ ਸਮੁਦਾਏ ਤੇ ਮਹਾਰਾਜ ਕੋ ਆਗਿਆ ਲੈ ਕੇ ਸਾਰੇ ਹੀ ਆਪੋ ਆਪਣੀਆਂ ਪੁਰੀਆਂ ਨੂੰ ਵਾਪਸ ਚਲੇ ਗਏ ਕਿ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਜਾਂਦਿਆਂ ਹੋਇਆਂ ਸਾਡੀ ਪੁਰੀ 'ਚ ਵੀ ਦਰਸ਼ਨ ਦੇ ਕੇ ਜਾਇਓ ਚੌਪਾਈ ਇੱਕ ਕੋਸ਼ਟ ਸਤਿਗੁਰੂ ਕਰਾਇਓ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਇੱਕ ਕੋਠਾ ਮਹਾਰਾਜ ਜੀ ਨੇ ਜਿਵੇਂ ਕਹਿ ਲਓ ਇੱਕ ਮਕਾਨ ਤਿਆਰ ਕਰਵਾਇਆ ਹੁਕਮ ਕਰਕੇ ਸਿੱਖਾਂ ਨੂੰ ਨਾਮ ਪਤਾਲਪੁਰੀ ਤਿਸ ਗਾਇਓ ਤੇ ਉਹਦਾ ਨਾਮ ਜਦੋਂ ਤਿਆਰ ਹੋ ਗਿਆ ਨਾਮ ਸਤਿਗੁਰਾਂ ਕਿਹਾ ਵੀ ਇਹਦਾ ਪਤਾਲਪੁਰੀ ਨਾਮ ਹੈ ਪਤਾਲਪੁਰੀ ਦਾ ਭਾਵ ਸੀ ਵੀ ਉਹ ਉਸ ਵੇਲੇ ਇਲਾਕੇ ਵਿੱਚ ਸਭ ਤੋਂ ਨੀਵਾਂ ਇਲਾਕਾ ਸੀ ਨੀਵਾਂ ਥਾਂ ਜਿਹੜਾ ਨੀਵਾਂ ਪਾਸਾ ਕਿਉਂਕਿ ਪਤਾਲ ਥੱਲੇ ਨੂੰ ਹੁੰਦਾ ਹੈ ਨਾ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਦੇ ਨਾਲ ਕੋਠਾ ਇੱਕ ਸੁੰਦਰ ਮੰਦਰ ਮਕਾਨ ਤਿਆਰ ਕਰਵਾਇਆ ਜਦੋਂ ਤਿਆਰ ਕੀਤਾ ਤੇ ਸਤਿਗੁਰੂ ਕਹਿੰਦੇ ਤਾਂ ਪਤਾਲਪੁਰੀ ਹੀ ਬਣ ਗਈ ਹੈ ਬਈ ਵੇਖੋ ਨੀਵੇਂ ਥਾਂ ਦੇ ਕਿੱਡਾ ਸੋਹਣਾ ਇੱਕ ਮਕਾਨ ਸ਼ੋਭ ਰਿਹਾ ਹੈ ਕੌਣ ਪਰਵੇਸ਼ ਤਿਸੀ ਮਹਿ ਚਾਹਾ ਅਤੇ ਫਿਰ ਸੱਚਖੰਡ ਜਾਣ ਵੇਲੇ ਇਹ ਨਵੇਂ ਬਣਾਏ ਪਤਾਲਪੁਰੀ ਨਾਮ ਦੇ ਮਕਾਨ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਪ੍ਰਵੇਸ਼ ਕਰਨਾ ਚਾਹਿਆ ਸਭ ਹਿਨ ਕੋ ਬੁਲਾਏ ਕਰ ਪਾਹਾ ਉਦੋਂ ਹੁਕਮ ਕਰਕੇ ਸਭ ਸਿੱਖ ਸੰਗਤਾਂ ਪਰਿਵਾਰ ਨੂੰ ਮਹਾਰਾਜ ਜੀ ਨੇ ਬੁਲਾਉਣਾ ਕੀਤਾ ਵੀ ਸਾਰੇ ਇੱਥੇ ਪਤਾਲਪੁਰੀ ਆ ਜਾਓ ਨਵੇਂ ਮਕਾਨ ਦੇ ਨੇੜੇ ਆਪ ਜਾਨ ਪਰਲੋਕ ਮਜਾਰੇ ਹਾਂ ਆਪ ਜਾਨ ਪਰਲੋਕ ਮੁਝਾਰੇ ਜਦੋਂ ਸਤਿਗੁਰੂ ਸਾਹਿਬ ਜੀ ਸੱਚਖੰਡ ਨੂੰ ਜਾਣਾ ਚਾਹੁੰਦੇ ਨੇ ਜਤ ਕੁਟੰਬ ਸਭ ਸੰਗ ਉਚਾਰੇ ਤੇ ਸਾਰੇ ਪਰਿਵਾਰ ਦੇ ਸਮੇਤ ਸਿੱਖ ਸੰਗਤਾਂ ਨੂੰ ਕਿਹਾ ਵੀ ਅਸੀਂ ਹੁਣ ਸੱਚਖੰਡ ਨੂੰ ਜਾਣਾ ਹੈ ਗੁਰਪੁਰੀ ਦੇ ਵਿੱਚ ਤੇ ਆਪ ਸਾਰੇ ਹੀ ਸਾਡੇ ਜਾਣ ਤੋਂ ਪਹਿਲਾਂ ਸਾਡੇ ਕੋਲ ਆਵੋ ਪੂਰਬ ਸ਼੍ਰੀ ਹਰਿ ਰਾਏ ਸਮੀਪ ਮਹਾਰਾਜ ਛੇਵੇਂ ਪਾਤਸ਼ਾਹ ਦਾ ਹੁਕਮਨਾਮਾ ਸੁਣ ਕੇ ਸਭ ਤੋਂ ਪਹਿਲਾਂ ਗੁਰੂ ਹਰਿਰਾਏ ਸਾਹਿਬ ਜੀ ਆਏ ਨੇ ਪਤਾਲਪੁਰੀ ਬੈਠਿਓ ਆਨ ਜੋਧ ਅਵਨੀਪ ਤੇ ਫੇਰ ਕਾਂਗੜ ਦਾ ਰਾਜਾ ਜੋਧ ਰਾਏ ਵੀ ਮਹਾਰਾਜ ਸਾਹਿਬ ਦੇ ਕੋਲ ਚਰਨਾਂ ਚਾ ਕੇ ਬੈਠ ਗਿਆ ਗੁਰ ਕਰਨੀ ਦੋਨੋਂ ਸੁਨਿਆਈ ਤੇ ਮਹਾਰਾਜ ਸਾਹਿਬ ਦੇ ਮਹਿਲ ਮਾਤਾ ਮਰਵਾਹੀ ਤੇ ਮਾਤਾ ਨਾਨਕੀ ਜੀ ਨੂੰ ਜਦੋਂ ਸੁਨੇਹਾ ਮਿਲਿਆ ਵੀ ਸਤਿਗੁਰੂ ਹੁਣ ਜਾਣਾ ਚਾਹੁੰਦੇ ਆ ਤੇ ਉਹ ਵੀ ਸੁਣ ਕਰਕੇ ਤੁਰੰਤ ਹੀ ਆ ਗਈਆਂ ਪਤਾਲਪੁਰੀ ਵਾਲੇ ਸਥਾਨ ਤੇ ਸੁਭਦਰੀ ਦਾ ਅਸ਼ਰੂਨ ਬਹਾਈ ਤੇ ਪਹਿਲਾਂ ਪਤਾ ਤੇ ਹੈ ਸੀ ਜਾਣਾ ਪਰ ਹਜੇ ਦਰਸ਼ਨ ਹੁੰਦੇ ਸੀ ਮਨ ਨੂੰ ਕੁਝ ਨਾ ਕੁਝ ਹੌਸਲਾ ਹੈ ਨਾ ਵੀ ਸਾਹਮਣੇ ਨੇ
ਪਰ ਹੁਣ ਜਦੋਂ ਜਾਣ ਲਿਆ ਵੀ ਮਹਾਰਾਜ ਸਾਹਿਬ ਜੀ ਸੱਚਖੰਡ ਨੂੰ ਚੱਲੇ ਨੇ, ਨੇਤਰਾਂ ਦੇ ਵਿੱਚੋਂ ਜਲ ਵਹਾਉਂਦੀਆਂ ਸ਼ੋਕ ਦੇ ਸਹਿਤ ਮਹਾਰਾਜ ਦੇ ਕੋਲ ਆਈਆਂ ਦੋਵੇਂ ਮਤਾਵਾਂ। ਬ੍ਰਿੰਦ ਮਸੰਦ ਬੁਲੰਦੇ ਆਏ, ਅਤੇ ਫਿਰ ਨਾਲ ਹੋਰ ਬਹੁਤ ਸਾਰੇ ਮਸੰਦ ਜਿਹੜੇ ਸੀ ਉਹ ਵੀ ਸਤਿਗੁਰਾਂ ਦੇ ਹਜ਼ੂਰ ਆ ਗਏ। ਸਿੱਖ ਸੰਗਤ ਇਕੱਠੀ ਸਮੁਦਾਇ, ਗੱਲ ਕੀ ਸੁਣੋ, ਸਿੱਖ ਸੰਗਤ ਇਕੱਠੀ ਹੋ ਗਈ ਸਤਿਗੁਰਾਂ ਦੇ ਹਜ਼ੂਰ ਪਤਾਲਪੁਰੀ ਵਾਲੇ ਅਸਥਾਨ ਤੇ। ਸਭ ਸੋ ਉੱਚ ਉਚਾਰ ਸੁਨਾਇਓ, ਸਾਰਿਆਂ ਨੂੰ ਉੱਚੀ ਬੋਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਇਆ ਹੈ ਬਚਨ। ਹਮ ਸੋ ਕਹੋ ਜਤਾ ਜਿਸ ਭਾਇਓ, ਮਹਾਰਾਜ ਕਹਿੰਦੇ ਹੈ ਗੁਰਸਿੱਖ ਪਿਆਰਿਓ, ਅਸੀਂ ਸੱਚਖੰਡ ਚੱਲੇ ਆਂ ਤੇ ਸਾਡੇ ਜਾਣ ਤੋਂ ਪਹਿਲਾਂ ਪਹਿਲਾਂ ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ, ਜੋ ਤੁਸੀਂ ਕਹਿਣਾ ਚਾਹੋ ਬੋਲ ਕੇ ਸਾਨੂੰ ਦੱਸਣਾ ਕਰੋ। ਹਮਰੀ ਤਿਆਰੀ ਹੈ ਪਰਲੋਕ, ਕਿਉਂਕਿ ਸਾਡੀ ਹੁਣ ਪਰਲੋਕ ਨੂੰ ਤਿਆਰੀ ਹੈ। ਜੇ ਕੋਈ ਬਚਨ ਬਲਾਸ ਕਰਨਾ ਹੈ, ਕੋਈ ਗੱਲ ਰਹਿੰਦੀ ਹੋਵੇ ਤਾਂ ਜ਼ਰੂਰ ਕਰ ਲਵੋ। ਤਰੋ ਆਨੰਦ ਨ ਕੀਜੇ ਸ਼ੋਕ, ਤੇ ਨਾਲ ਇਹ ਹੁਕਮ ਹੋਇਆ ਵੀ ਆਨੰਦ ਚ ਰਹੋ, ਐਵੇਂ ਸ਼ੋਕ ਨਾ ਕਰੋ, ਐਵੇਂ ਰੋ ਨਾ, ਅੱਖਾਂ 'ਚੋਂ ਪਾਣੀ ਨਾ ਤੁਸੀਂ ਮਹਾਰਾਜ ਕਹਿੰਦੇ ਲੈ ਕੇ ਆਵੋ। ਸੁਨਤ ਸਭਨ ਕੇ ਮਨ ਮੁਰਝਾਏ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਵੀ ਅਸੀਂ ਪਰਲੋਕ ਦੀ ਤਿਆਰੀ ਕਰ ਲਈ ਹੈ, ਜੇ ਕਿਸੇ ਨੇ ਕੁਝ ਕਹਿਣਾ ਹੈ ਤਾਂ ਕਹੋ, ਪਰ ਇਹ ਸੁਣਦਿਆਂ ਸਾਰ ਸਭ ਸਿੱਖ ਸੰਗਤਾਂ ਦੇ ਮਨ ਮੁਰਝਾ ਗਏ, ਅੰਦਰ ਖੋਭ ਜੀ ਪੈ ਗਈ। ਸ਼ੀਘਰ ਵਿਲੋਚਨ ਜਲ ਭਰ ਆਏ, ਮਹਾਰਾਜ ਕਹਿ ਰਹੇ ਨੇ ਪਰ ਫੇਰ ਵੀ ਮੱਲੋ ਮੱਲੀ ਗੁਰੂ ਦੇ ਵਿਛੋੜੇ ਦੇ ਦਰਦ ਕਰਕੇ ਸਭ ਦੇ ਨੇਤਰਾਂ 'ਚੋਂ ਪਾਣੀ ਵਹਿ ਤੁਰਿਆ। ਬਦਨ ਸੁਤਨ ਦੁਤ ਜੇ ਮਾਰ ਬਿੰਦ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋ ਚਿਹਰਾ ਹੈ ਨਾ, ਉਹ ਸੁੰਦਰਤਾ ਦਾ ਘਰ ਕਮਲ ਵਰਗਾ ਏ। ਕਰੇ ਪ੍ਰੇਮ ਕੋ ਹੇਰਤ ਬ੍ਰਿੰਦ, ਤੇ ਬ੍ਰਿੰਦ ਅਨੇਕਾਂ ਹੀ ਸਿੱਖ ਸੰਗਤਾਂ ਪ੍ਰੇਮ ਦੇ ਨਾਲ ਮਹਾਰਾਜ ਦੇ ਚਿਹਰੇ ਨੂੰ ਵੇਖੀ ਜਾ ਰਹੀਆਂ ਨੇ ਵੀ ਇਹ ਸਤਿਗੁਰਾਂ ਦਾ ਸਰੂਪ ਬੋਲੇ ਹੋ ਜਾਣਾ ਹੈ, ਵੀ ਸਾਥੋਂ ਟਿਕ ਟਿਕੀ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਵੇਖ ਰਹੀਆਂ ਨੇ। ਬੋਲਨ ਕੇ ਸਮਰੱਥ ਨਹਿ ਹੋਏ, ਜਿਹੜਾ ਮਹਾਰਾਜ ਨੇ ਕਿਹਾ ਵੀ ਕੁਝ ਬੋਲੋ ਸਾਡੇ ਨਾਲ, ਪਰ ਅੰਦਰੋਂ ਇੰਨਾ ਕੁ ਉਹਨਾਂ ਦੇ ਹਿਰਦੇ 'ਚ ਖੋਭ ਜੀ ਪਈ ਆ ਵੀ ਕੁਝ ਸਤਿਗੁਰਾਂ ਨਾਲ ਬਚਨ ਬਲਾਸ ਕਰਨ ਦੀ ਸ਼ਕਤੀ ਨਹੀਂ ਪਈ, ਹੌਸਲਾ ਨਹੀਂ ਪਿਆ ਕਿਸੇ ਦਾ। ਇਕ ਟਕ ਗੁਰ ਸਰੂਪ ਕਹੋ ਜੋਏ, ਬਸ ਇੱਕ ਟਕ ਇੱਕ ਰਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਕਰੀ ਜਾ ਰਹੇ ਹਨ। ਥਿਰੇ ਹਜ਼ਾਰੋਂ ਤੂਸ਼ਨ ਧਾਰੇ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਮਹਾਰਾਜ ਦੇ ਚਾਰ ਚੁਫੇਰੇ ਬੈਠੀਆਂ ਨੇ, ਕੋਈ ਦੂਰ ਖਲੋਤਾ ਏ ਤੇ ਸਾਰੇ ਇੱਕ ਥਾਂ ਤੇ ਬਿਨਾਂ ਕਿਸੇ ਬੋਲ ਚਾਲ ਤੋਂ ਇੱਕ ਦੂਜੇ ਨਾਲ ਵੀ ਬਚਨ ਨਹੀਂ ਕੋਈ ਕਰ ਰਹੇ, ਸਾਰੇ ਚੁੱਪ ਨੇ, ਚੁੱਪ ਹੋਏ ਨੇ, ਮੌਨ ਧਾਰ ਕੇ ਵੇਖ ਰਹੇ ਨੇ ਸਤਿਗੁਰਾਂ ਨੂੰ। ਬਿਸਮਿਤ ਹਿਰਦੈ ਕਸ਼ਟ ਜਿਨ ਭਾਰੇ, ਬੜੇ ਹੈਰਾਨ ਨੇ ਹਿਰਦੇ ਦੇ ਵਿੱਚ, ਤੇ ਸਭ ਦੇ ਹਿਰਦੇ ਦੇ ਅੰਦਰ ਬੜਾ ਭਾਰੀ ਦੁੱਖ ਮਹਿਸੂਸ ਹੋ ਰਿਹਾ ਏ। ਸਭ ਦਿਸ਼ ਦੇਖ ਬਹੁਰ ਗੁਰ ਕਹਿਓ, ਜਦੋਂ ਸਾਰਿਆਂ ਦੀ ਇਹ ਹਾਲਤ ਜੀ ਵੇਖੀ ਵੀ ਕੋਈ ਕੁਝ ਬੋਲਿਆ ਨਹੀਂ ਹੈ, ਅੱਖਾਂ 'ਚ ਪਾਣੀ ਆ ਰਿਹਾ ਸਿੱਖ ਸੰਗਤ ਦੇ, ਤੇ ਸਾਰੇ ਹੀ ਸਿਲ ਪੱਥਰ ਹੋ ਗਏ, ਇੱਕ ਥਾਂ ਹੀ ਟਿਕ ਗਏ ਆ, ਤਾਂ ਉਹਨਾਂ ਨੂੰ ਵੇਖ ਕੇ ਛੇਵੇਂ ਪਾਤਸ਼ਾਹ ਨੇ ਫਿਰ ਬਚਨ ਕੀਤਾ। ਇਸ ਸਮੇਂ ਕਿਆ ਅਚਰਜ ਤੁਮ ਲਹਿਓ, ਮਹਾਰਾਜ ਕਹਿੰਦੇ ਗੁਰਸਿੱਖੋ ਅਸੀਂ ਪਰਲੋਕ ਨੂੰ ਚੱਲੇ ਆ, ਇਹਦੇ ਵਿੱਚ ਕਿਹੜੀ ਤੁਸੀਂ ਹੈਰਾਨੀ ਵਾਲੀ ਗੱਲ ਮੰਨੀ ਹੈ ਵੀ ਬੜੇ ਹੈਰਾਨ ਜੇ ਹੋ ਕੇ, ਅਚਰਜ ਜੇ ਹੋ ਕੇ ਚੁੱਪ ਹੋ ਗਏ ਉਹ ਸਾਰੇ। ਸਰਤਾ ਸਮ ਜਗ ਕੋ ਪਰਵਾਹ, ਇਹ ਜਗਤ ਦੀ ਮਰਿਆਦਾ ਹੈ ਵੀ ਆ ਵੇਖੋ ਤੁਹਾਡੇ ਨੇੜੇ ਹੀ ਉੱਥੇ ਪਤਾਲਪੁਰੀ ਇੱਕ ਝਰਨਾ ਜਿਹਾ ਵਹਿੰਦਾ ਸੀ ਸਤਲੁਜ ਦਰਿਆ ਦੇ ਟੋਟੇ ਦਾ, ਤੇ ਮਹਾਰਾਜ ਕਹਿੰਦੇ ਆ ਜਿਵੇਂ ਨਦੀ ਵਹਿ ਰਹੀ ਹੈ, ਨਦੀ ਦੇ ਪ੍ਰਵਾਹ ਵਾਂਗ ਹੀ ਜਗਤ ਦਾ ਪ੍ਰਵਾਹ ਹੈ, ਜਿਵੇਂ ਪਾਣੀ ਨਹੀਂ ਠਹਿਰਦਾ ਐਵੇਂ ਜਗਤ ਦੀ ਮਰਿਆਦਾ ਹੈ, ਜਗਤ ਵਿੱਚ ਨਹੀਂ ਕੋਈ ਠਹਿਰ ਸਕਦਾ। ਤੇਰੇ ਨ ਕੋ ਸਭ ਚੱਲ ਜਾਹਾ, ਕੋਈ ਵੀ ਜਗਤ ਵਿੱਚ ਟਿਕ ਕੇ ਨਹੀਂ ਰਹਿ ਸਕਦਾ, ਜਿਵੇਂ ਨਦੀਆਂ ਦੇ ਪਾਣੀ ਅੱਗੇ ਤੋਂ ਅੱਗੇ ਚੱਲਦੇ ਜਾਂਦੇ ਨੇ, ਐਵੇਂ ਮਹਾਰਾਜ ਕਹਿੰਦੇ ਸਭ ਸੰਸਾਰ ਤੋਂ ਸਰੀਰਾਂ ਕਰਕੇ ਮਰ ਰਹੇ ਨੇ, ਜਾ ਰਹੇ ਹਨ। ਜੇ ਅਨਹੋਤ ਹੋਤ ਕੋ ਹੇਰੋ, ਤੇ ਜੇ ਤੁਸੀਂ ਵੇਖੋ ਨਾ ਵੀ ਅਣਹੋਣੀ ਹੋ ਰਹੀ ਆ, ਵੀ ਦੁਨੀਆ 'ਚ ਪਹਿਲਾਂ ਕਦੀ ਹੋਈ ਨਾ ਹੋਵੇ ਜਿਹੜੀ ਗੱਲ, ਪਹਿਲਾਂ ਕੋਈ ਚੜ੍ਹਾਈ ਨਾ ਕੀਤਾ ਹੋਵੇ, ਪਹਿਲਾਂ ਕਿਸੇ ਦੇ ਸਰੀਰ ਦਾ ਅੰਤ ਨਾ ਹੋਇਆ ਹੋਵੇ, ਉਚਤ ਸੋਚ ਬੋਲ ਕਹੋ ਬਡੇਰੋ, ਤਾਂ ਮਹਾਰਾਜ ਕਹਿੰਦੇ ਬਿਲਕੁਲ ਤੁਹਾਡਾ ਦੁੱਖ ਕਰਨਾ ਵੀ ਜਾਇਜ਼ ਹੈ, ਤੁਹਾਡਾ ਰੋਣਾ ਵੀ ਜਿਹੜਾ ਠੀਕ ਹੈ, ਵੀ ਅਸੀਂ ਜਿਹੜਾ ਸੰਸਾਰ ਨੂੰ ਛੱਡ ਕੇ ਸੱਚਖੰਡ ਨੂੰ ਚੱਲੇ ਹਾਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਜੇ ਤਾਂ ਇਹ ਤੋਂ ਪਹਿਲਾਂ ਨਹੀਂ ਕੋਈ ਗਿਆ, ਪਹਿਲਾਂ ਕੋਈ ਚੜ੍ਹਾਈ ਨਹੀਂ ਕੀਤਾ,
ਅਸੀਂ ਸਾਡੇ ਤੋਂ ਪਹਿਲਾਂ ਕੋਈ ਪਰਲੋਕ ਨਹੀਂ ਗਿਆ, ਫਿਰ ਤਾਂ ਤੁਸੀਂ ਰੋਵੋ, ਫਿਰ ਤਾਂ ਦੁੱਖ ਕਰੋ ਵੀ ਜਦੋਂ ਹੋਰ ਨਹੀਂ ਕੋਈ ਗਿਆ ਤੇ ਛੇਵੇਂ ਪਾਤਸ਼ਾਹ ਕਿਉਂ ਚੱਲੇ ਆ, ਫਿਰ ਤਾਂ ਤੁਹਾਡਾ ਦੁੱਖ ਕਰਨਾ ਜਾਇਜ਼ ਬਣਦਾ ਏ। ਇਹ ਤੋ ਸਦਾ ਹੋਤ ਹੀ ਪਰ ਆਏ। ਇਹ ਤਾਂ ਮਹਾਰਾਜ ਕਹਿੰਦੇ ਸਦਾ ਧੁਰੋਂ ਹੀ ਮਰਿਆਦਾ ਬਣੀ ਆਈ ਹੈ ਨਾ, ਇਹ ਤਾਂ ਵਾਹਿਗੁਰੂ ਦੇ ਹੁਕਮ ਵਿੱਚ ਸਰੀਰ ਸਭ ਚਲੇ ਜਾਣਗੇ ਜਗਤ ਵਿੱਚੋਂ। ਕਰੋ ਵਿਚਾਰਨ ਥਿਰ ਕੇ ਪਾਏ। ਇਸ ਕਰਕੇ ਗੁਰਸਿੱਖੋ ਹੌਸਲਾ ਰੱਖੋ, ਵਿਚਾਰ ਕਰੋ, ਇਹ ਦੱਸੋ ਸੋਚ ਕੇ ਵੀ ਜਗਤ ਵਿੱਚ ਥਿਰਤਾ ਕਿਨ ਪਾਈ ਹੈ, ਕਿਹੜਾ ਹੈ ਜਿਹੜਾ ਜਗਤ ਦੇ ਵਿੱਚ ਸਦਾ ਵਾਸਤੇ ਆਪਣੇ ਕਿੱਲੇ ਗੱਡ ਕੇ ਬੈਠਾ ਰਹਿ ਗਿਆ ਹੋਵੇ। ਮਹਾ ਸਮਰੱਥ ਬੁੱਧ ਬਲ ਕੇਰੇ। ਤੇ ਮਹਾ ਸਮਰੱਥ ਵੱਡੇ ਵੱਡੇ ਮਹਾਰਾਜ ਕਹਿੰਦੇ ਜਿਹੜੇ ਸ਼ਕਤੀਆਂ ਵਾਲੇ ਸਨ, ਜਿਵੇਂ ਰਾਵਣ ਸੇ ਮਹਿ ਰਾਵਣ ਸੇ, ਜਿਹੜੇ ਕਹਿੰਦੇ ਵੀ ਸਾਡੇ ਵਰਗੀ ਤਾਕਤ ਹੀ ਕਿਸੇ ਦੇ ਵਿੱਚ ਨਹੀਂ ਹੈ, ਅਤੇ ਬੁੱਧ ਬੁੱਧੀ ਵਾਲੇ ਅਫਲਾਤੂ ਰਾਜੇ ਵਰਗੇ ਬੁੱਧੀਮਾਨ ਜਿਹਨੇ ਆਪਣੇ ਵਰਗੇ ਹਜ਼ਾਰਾਂ ਹੀ ਸਰੂਪ ਬਣਾ ਲਏ, ਅਤੇ ਬਲ ਕੇਰੇ ਵੱਡੇ ਵੱਡੇ ਹਰਨਾਕਸ਼ ਵਰਗੇ ਬਲੀ ਜਿਹੜੇ ਵਰ ਲੈ ਕੇ ਬੈਠੇ ਸਨ, ਦਿਨੇ ਮਰਾ ਨਾ ਰਾਤ ਮਰਾ, ਨਾ ਅੰਦਰ ਮਰਾ ਨਾ ਬਾਹਰ ਮਰਾ, ਨਾ ਧਰਤੀ ਤੇ ਮਰਾ ਨਾ ਆਕਾਸ਼ 'ਚ ਮਰਾ, ਨਾ ਅਸਤਰ ਤੋਂ ਮਰਾ ਨਾ ਸ਼ਸਤਰ ਤੋਂ ਮਰਾ, ਨਾ ਮਨੁੱਖ ਕੋ ਮਰਾ ਨਾ ਜਾਨਵਰ ਕੋ, ਏਡੇ ਏਡੇ ਬਲੀ ਜਿਹੜੇ ਸੂਰਮੇ ਸਨ। ਤੇਰਿਓ ਨਾ ਜਗ ਕੋ ਭਏ ਕਨੇਰੇ। ਮਹਾਰਾਜ ਕਹਿੰਦੇ ਬੜੇ ਹੋ ਗਏ ਨੇ, ਗਿਣਤੀ ਕੀ ਕਰਕੇ ਦੱਸੀਏ, ਪਰ ਜਗਤ ਦੇ ਵਿੱਚ ਵੱਡਾ ਵੱਡਾ ਕੋਈ ਬੁੱਧਵਾਨ ਵੱਡੀ ਤੋਂ ਵੱਡੀ ਸ਼ਕਤੀ ਵਾਲਾ ਵੀ ਥਿਰ ਨਹੀਂ ਰਿਹਾ। ਜਾਂ ਤੇ ਕਹੋ ਸੋ ਨਿਜ ਨਿਜ ਕੰਖਾ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਹੈ ਗੁਰਸਿੱਖ ਪਿਆਰਿਓ, ਇਹ ਸ਼ੋਕ ਛੱਡ ਕੇ ਤੇ ਜਿਹੜੀ ਅਸੀਂ ਗੱਲ ਕਹਿੰਦੇ ਜੋ ਜੋ ਕਿਸੇ ਦੀ ਇੱਛਾ ਹੈ, ਜੋ ਕਿਸੇ ਦੀ ਚਾਹਨਾ ਹੈ, ਉਹ ਸਾਡੇ ਕੋਲ ਅੰਤ ਸਮੇਂ ਕਹਿ ਲਵੋ। ਅੰਤ ਸਮਾਂ ਹਮ ਆਪਨੋ ਭਾਖਾ। ਅਸੀਂ ਤੁਹਾਨੂੰ ਹੁਣ ਕਹਿ ਦਿੱਤਾ ਹੈ ਵੀ ਸਾਡਾ ਅੰਤ ਦਾ ਸਮਾਂ ਹੈ, ਸਰੀਰ ਕਰਕੇ ਹੋਰ ਅਸੀਂ ਤੁਹਾਡੇ ਕੋਲ ਬੈਠੇ ਨਹੀਂ ਰਹਿਣਾ। ਜੇ ਕੁਝ ਕਿਸੇ ਨੇ ਕਹਿਣਾ ਸੁਣਨਾ ਹੈ ਤਾਂ ਹੁਣੇ ਹੀ ਸਾਡੇ ਨਾਲ ਵਚਨ ਕਰਕੇ ਤੇ ਸੁਣ ਲਵੋ। ਸ਼੍ਰੀ ਹਰਿ ਰਾਏ ਸੰਗ ਪੁਨ ਕਹਿਓ। ਇਹਦਾ ਸਿੱਖਾਂ ਨੂੰ ਵਚਨ ਕੀਤਾ ਹੈ। ਫਿਰ ਗੁਰੂ ਹਰਿਰਾਏ ਸਾਹਿਬ ਨੇੜੇ ਬੈਠੇ ਸਨ, ਉਹਨਾਂ ਨੂੰ ਛੇਵੇਂ ਪਾਤਸ਼ਾਹ ਨੇ ਉਪਦੇਸ਼ ਦਿੱਤਾ। ਜਥਾ ਜੋਗ ਕਰਬੋ ਜਿਮ ਲਹਿਓ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜਥਾ ਜੋਗ ਕਰਬੋ, ਜਿਵੇਂ ਜੋਗ ਕਰਨਾ ਬਣਦਾ ਸੀ, ਜਿਵੇਂ ਇਹ ਸ੍ਰੀ ਹਰਿਰਾਏ ਸਾਹਿਬ ਤੁਸੀਂ ਜਾਣਿਆ ਸਾਡੇ ਕੋਲ ਰਹਿੰਦੇ ਆ, ਜਿਵੇਂ ਸਾਡੀ ਸੰਗਤ ਕੀਤੇ ਕਰਕੇ ਤੁਸੀਂ ਵੇਖੀ ਹੈ ਮਰਿਆਦਾ ਸਾਰੀ, ਸੋ ਤੁਮ ਕਰੋ ਸਦਾ ਉਪਦੇਸ਼। ਉਸੇ ਤਰ੍ਹਾਂ ਤੁਸੀਂ ਸਾਡੇ ਮਗਰੋਂ ਮਹਾਰਾਜ ਕਹਿੰਦੇ ਦੀਵਾਨ ਸਜਾਉਣਾ ਹੈ ਦੋਵੇਂ ਸਮੇਂ, ਤੇ ਸਿੱਖ ਸੰਗਤ ਦੀ ਕਲਿਆਣ ਵਾਸਤੇ ਉਪਦੇਸ਼ ਦਿੰਦੇ ਰਹਿਣਾ ਹੈ। ਜਿਵੇਂ ਸਾਡੇ ਦੇ ਨਾਲ ਬੈਠ ਕੇ ਸੰਗਤ ਦੇ ਵਿੱਚ ਸਤਿਗੁਰੂ ਕਹਿੰਦੇ ਸਾਨੂੰ ਤੁਸੀਂ ਵੇਖਿਆ ਹੈ, ਜਿਵੇਂ ਅਸੀਂ ਸਿੱਖ ਸੰਗਤ ਦੇ ਭਲੇ ਦੇ ਬਚਨ ਕਰਦੇ ਹਾਂ, ਜਿਵੇਂ ਅਸੀਂ ਸੰਗਤ ਨਾਲ ਵਰਤਦੇ ਰਹੇ ਹਾਂ, ਇਸੇ ਤਰ੍ਹਾਂ ਤੁਸੀਂ ਸਿੱਖ ਸੰਗਤਾਂ ਨੂੰ ਉਪਦੇਸ਼ ਦੇਵੋ। ਕਾਟੋ ਸਿੱਖਿਅਨ ਕੇਰ ਕਲੇਸ਼। ਅਤੇ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਸਿੱਖ ਸੰਗਤਾਂ ਦੇ ਸਭ ਕਲੇਸ਼ ਝਗੜੇ ਦੁੱਖ ਦਲਿੱਦਰ ਕੱਟਦੇ ਰਹੋ ਕਿਰਪਾ ਕਰਕੇ। ਹਮ ਸਭ ਜਾਗੋ ਪਾਛਲ ਰਾਤੀ। ਨਾਲ ਇਹ ਵੀ ਮਰਿਆਦਾ ਦ੍ਰਿੜ ਕਰਾ ਦਿੱਤੀ ਹੈ ਵੀ ਜਿਵੇਂ ਅਸੀਂ ਪਿਛਲੀ ਰਾਤ ਸਵਾ ਪਹਿਰ ਰਾਤ ਰਹਿੰਦੀ ਤੋਂ ਜਾਗਦੇ ਰਹੇ ਹਾਂ ਨਾ, ਤੁਸੀਂ ਵੇਖਿਆ ਹੀ ਹੈ ਹਰਿਰਾਏ ਸਾਹਿਬ ਜੀ, ਇਸੇ ਤਰ੍ਹਾਂ ਤੁਸੀਂ ਵੀ ਆਪਣੇ ਸਾਰੇ ਜੀਵਨ ਦੇ ਵਿੱਚ ਪਿਛਲੀ ਰਾਤ ਜਾਗਣਾ ਹੈ ਅੰਮ੍ਰਿਤ ਵੇਲੇ। ਸੋਚ ਇਸ਼ਨਾਨ ਕਰੋ ਤਿਸ ਭਾਂਤੀ। ਅੰਮ੍ਰਿਤ ਵੇਲੇ ਸੌਣਾ ਨਹੀਂ ਹੈ, ਉੱਠ ਕੇ ਸਰੀਰ ਦੀ ਕਿਰਿਆ ਮਰਿਆਦਾ ਉਸੇ ਭਾਂਤ ਤਰੀਕੇ ਨਾਲ ਕਰਨੀ ਜਿਵੇਂ ਅਸੀਂ ਕਰਦੇ ਰਹੇ ਹਾਂ। ਆਤਮ ਗਿਆਨ ਹਿਰਦੇ ਮਹਿ ਰੱਖਣਾ। ਤੇ ਨਾਲ ਇਹ ਵੀ ਹੁਕਮ ਹੋ ਗਿਆ ਵੀ ਭਾਵੇਂ ਆਤਮਾ ਦਾ ਗਿਆਨ ਬ੍ਰਹਮ ਗਿਆਨ ਵੀ ਹੈ, ਤੁਹਾਨੂੰ ਉਹਨੂੰ ਤਾਂ ਹਿਰਦੇ 'ਚ ਸਦਾ ਵਸਾਈ ਰੱਖਣਾ ਏ। ਭਗਤ ਉਪਾਸਨ ਕੀਜੇ ਭਖਨ। ਪਰ ਮੁੱਖੋਂ ਕਦੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਪਣੇ ਆਪ ਨੂੰ ਆਤਮ ਗਿਆਨੀ ਬ੍ਰਹਮ ਗਿਆਨੀ ਨਹੀਂ ਕਹਿਣਾ, ਅੰਦਰ ਬ੍ਰਹਮ ਗਿਆਨ ਧਾਰ ਕੇ ਰੱਖਣਾ, ਪਰ ਮੁੱਖੋਂ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਨ ਵਾਲੇ, ਵਾਹਿਗੁਰੂ ਦੀ ਉਪਾਸਨਾ ਕਰਨ ਵਾਲੇ ਆਪਣੇ ਆਪ ਨੂੰ ਸੇਵਕ ਹੀ ਕਹਾਉਣਾ ਹੈ ਸਦਾ। ਜਿਸ ਤੇ ਹੋਏ ਮਰਜਾਦ ਭਲੇਰੀ। ਹਾਂ, ਜਿਸ ਤੇ ਹੋਏ ਮਰਜਾਦ ਭਲੇਰੀ, ਜਿਸ ਕਰਕੇ ਭਲੀ ਮਰਜਾਦਾ ਜਗਤ ਵਿੱਚ ਕਾਇਮ ਹੋਏਗੀ। ਕਿਉਂਕਿ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨੇ ਬਾਬਾ ਬੁੱਢਾ ਜੀ ਨੂੰ ਇਸ ਤਰ੍ਹਾਂ ਹੀ ਇੱਕ ਤਰ੍ਹਾਂ ਸਿੱਖਿਆ ਦਿੱਤੀ ਸੀ ਵੀ ਬਾਬਾ ਬੁੱਢਾ ਸਾਹਿਬ ਜੀ ਭਾਵੇਂ ਗੁਰੂ ਕਾ ਸਿੱਖ ਬ੍ਰਹਮ ਗਿਆਨੀ ਵੀ ਹੋ ਜਾਵੇ ਨਾ, ਕਿਉਂਕਿ ਬ੍ਰਹਮ ਗਿਆਨੀ ਨੂੰ ਫਿਰ ਨਿਤਨੇਮ ਦੀ ਨਿੱਤ ਦੀ ਕਿਰਿਆ ਕਰਨ ਦੀ ਕੀ ਲੋੜ ਹੈ,
ਪਰ ਵਰਤਣਾ ਮਹਾਰਾਜ ਕਹਿੰਦੇ ਆਮ ਸਿੱਖਾਂ ਵਾਂਗ ਹੀ ਹੈ ਵੀ ਜਿਵੇਂ ਨਿੱਤੀ ਸਿੱਖ ਉੱਠਦੇ ਨੇ, ਅੰਮ੍ਰਿਤ ਵੇਲੇ ਨਾਮ ਜਪਦੇ, ਨਿਤਨੇਮ ਕਰਦੇ, ਸੇਵਾ ਕਰਦੇ ਨੇ, ਕਥਾ ਕੀਰਤਨ ਸੁਣਦੇ, ਕਹਿੰਦੇ ਨੇ ਇਹ ਆਮ ਗੁਰਸਿੱਖਾਂ ਦੀ ਮਰਿਆਦਾ ਹੈ। ਬ੍ਰਹਮ ਗਿਆਨੀ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਉਹ ਫਿਰ ਉੱਪਰ ਉੱਠ ਜਾਂਦਾ ਹੈ, ਉਹਦੇ ਵਾਸਤੇ ਤਾਂ ਸਭ ਗੋਬਿੰਦ ਹੀ ਗੋਬਿੰਦ ਹੈ। ਪਰ ਗੁਰੂ ਘਰ ਦੀ ਮਰਿਆਦਾ ਦੂਸਰਿਆਂ ਨਾਲੋਂ ਵੱਖਰੀ ਹੈ। ਬਾਬਾ ਬੁੱਢਾ ਜੀ ਨੂੰ ਵੀ ਕਹਿ ਦਿੱਤਾ ਸੀ ਸਤਿਗੁਰਾਂ ਵੀ ਤੁਸੀਂ ਬ੍ਰਹਮ ਗਿਆਨੀ ਤੋਂ ਹੋ, ਪਰ ਵਰਤਣਾ ਐਵੇਂ ਹੀ ਹੈ, ਨਿੱਤ ਐਵੇਂ ਹੀ ਉੱਠ ਕੇ ਅਰਦਾਸਾਂ ਕਰਨੀਆਂ ਵੀ ਜਿਵੇਂ ਕੁਝ ਆਉਂਦਾ ਹੀ ਨਹੀਂ ਹੈ। ਪਰਮੇਸ਼ਰ ਅੱਗੇ ਨਾਮ ਜਪ ਕੇ ਹੱਥ ਜੋੜ ਕੇ ਸਦਾ ਖਲੋਤੇ ਰਹਿਣਾ। ਉਹੀ ਸਿੱਖਿਆ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੂੰ ਦੇ ਰਹੇ ਨੇ ਵੀ ਅੰਦਰ ਦੇ ਬ੍ਰਹਮ ਗਿਆਨੀ ਉਹਦੇ ਵਰਤਣਾ ਵੀ ਹੈ ਆਤਮ ਗਿਆਨੀ ਹੋ ਕੇ, ਪਰ ਮੁਖੋਂ ਬਚਨ ਸਦਾ ਪ੍ਰੇਮਾ ਭਗਤੀ ਦੇ ਕਰਨੇ ਨੇ। ਇਹੀ ਮਰਿਆਦਾ ਸਾਰੇ ਸਿੱਖਾਂ ਵਿੱਚ ਜਗਤ ਵਿੱਚ ਫੈਲਾਉਣੀ ਹੈ। ਸੋ ਕਰਤੂਤ ਉਚਤ ਹੈ ਤੇਰੀ। ਹਾਂ, ਇਹੀ ਕਰਤੂਤ ਤੋਂ ਭਾਵ ਹੁੰਦਾ ਕਰਨੀ ਕਮਾਈ ਐਸੀ ਹੀ ਕਰਨੀ ਤੁਹਾਡੇ ਲਈ ਚੰਗੀ ਬਣ ਆਉਂਦੀ ਹੈ, ਸ਼ੋਭਦੀ ਹੈ। ਭਾਵ ਇਹ ਹੈ ਵੀ ਜਿੱਥੇ ਮਰਜ਼ੀ ਪਹੁੰਚ ਜਾਓ ਪਰ ਨਿਤਨੇਮ ਨਹੀਂ ਛੱਡਣਾ। ਅਪਰ ਜੇ ਬੂਝਨ ਕੋ ਕੁਛ ਚਾਹੋ। ਤੇ ਨਾਲ ਹੀ ਮਹਾਰਾਜ ਸਤਿਗੁਰੂ ਜੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਕਹਿੰਦੇ ਵੀ ਹੋਰ ਜੇ ਕੁਝ ਤੁਸੀਂ ਪੁੱਛਣਾ ਚਾਹੋ, ਜੇ ਤੁਹਾਡੇ ਮਨ ਦੀ ਭਾਵਨਾ ਹੋਵੇ। ਮਨ ਕੀ ਬਾਤ ਕਹੋ ਹਮ ਪਾਹੋ। ਹਾਂ, ਉਹ ਬਚਨ ਮਹਾਰਾਜ ਕਹਿੰਦੇ ਪ੍ਰਗਟ ਕਰਕੇ ਮਨ ਦੀ ਗੱਲ ਸਾਨੂੰ ਦੱਸੋ, ਉਹਦਾ ਵੀ ਤੁਹਾਨੂੰ ਉੱਤਰ ਦੇਵਾਂਗੇ। ਧਰੋ ਧੀਰ ਅਬ ਸ਼ੋਕ ਨ ਕਰੀਐ। ਨਾਲ ਸਾਹਿਬ ਕਹਿੰਦੇ ਹੁਣ ਧੀਰਜ ਧਾਰੋ, ਐਵੇਂ ਸ਼ੋਕ ਜਿਹਾ ਨਾ ਕਰੋ, ਦੁੱਖ ਨਾ ਮਨਾਓ। ਸੰਗਤ ਸਹਿਤਮ ਸੰਦਨ ਸੰਭਰੀਐ। ਅੱਜ ਜਿੰਨੀ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖ ਸੰਗਤ ਹੈ, ਜਿੰਨੇ ਵੀ ਮਸੰਦ ਸੇਵਾਦਾਰ ਨੇ, ਮੁਖੀ, ਇਹਨਾਂ ਸਾਰਿਆਂ ਦੀ ਹੁਣ ਸੰਭਾਲ ਕਰੋ। ਤੁਸੀਂ ਸ਼ੋਕ ਨਹੀਂ ਕਰਨਾ, ਸਗੋਂ ਸਿੱਖ ਸੰਗਤਾਂ ਜੋ ਵੈਰਾਗ ਵਿੱਚ ਆਈਆਂ ਨੇ ਉਹਨਾਂ ਨੂੰ ਸੰਭਾਲੋ, ਉਹਨਾਂ ਨੂੰ ਧੀਰਜ ਦੇਵੋ। ਵਰਤੋ ਜਥਾ ਜੋਗ ਸਭ ਸੰਗ। ਤੇ ਜਥਾ ਜੋਗ ਜਿਵੇਂ ਮਰਿਆਦਾ ਹੈ ਸਾਰਿਆਂ ਦੇ ਨਾਲ ਮਹਾਰਾਜ ਕਹਿੰਦੇ ਵਰਤੋਂ ਵਿਹਾਰ ਰੱਖੋ। ਮਮ ਸਮਾਨ ਹੈ ਤੇਰੋ ਅੰਗ। ਤੇਰਾ ਸਰੂਪ ਤੁਹਾਡਾ ਸਰੂਪ ਹੈ ਗੁਰੂ ਹਰਿਰਾਏ ਸਾਹਿਬ ਜੀ, ਹੁਣ ਸਾਡੇ ਵਾਂਗ ਹੀ ਹੈ। ਛੇਵੇਂ ਪਾਤਸ਼ਾਹ ਕਹਿੰਦੇ ਜਿਵੇਂ ਸਾਡਾ ਸਰੂਪ ਹੈ ਉਸੇ ਤਰ੍ਹਾਂ ਹੀ ਹੁਣ ਤੁਹਾਡਾ ਸਰੂਪ ਹੈ ਸਾਡੇ ਵਾਂਗ। ਸੁਨਤ ਪਿਤਾਮੇ ਕੀ ਸ਼ੁਭ ਬਾਣੀ। ਆਪਣੇ ਦਾਦਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ੁਭ ਉਪਦੇਸ਼ ਦੇ ਬਚਨ ਸੁਣ ਕੇ ਗੁਰੂ ਹਰਿਰਾਏ ਸਾਹਿਬ ਜੀ ਨੇ ਸ਼੍ਰੀ ਹਰਿ ਰਾਏ ਸੋ ਬਿਨੈ ਬਖਾਨੀ। ਦੋਵੇਂ ਹੱਥ ਜੋੜ ਕੇ ਦਾਦਾ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ। ਤੁਰਕ ਮੁਲਕ ਪਤ ਸ਼ਤਰ ਹਮਾਰੇ। ਮਹਾਰਾਜ ਇੱਕ ਮਨ ਵਿੱਚ ਵਿਚਾਰ ਹੈ ਵੀ ਜਿਹੜੇ ਇਸ ਦੇਸ਼ ਦੇ ਰਾਜੇ ਨੇ, ਭਾਵ ਜਿਹੜੀ ਸਰਕਾਰ ਹੈ, ਉਹ ਸਾਡੇ ਨਾਲ ਵੈਰ ਰੱਖਦੇ ਨੇ, ਗੁਰੂ ਘਰ ਦੇ ਨਾਲ ਸ਼ਤਰੂ ਬਣੇ ਨੇ। ਸੈਨਾ ਕੋਸ਼ ਆਦ ਮਹਿ ਭਾਰੇ। ਉਹਨਾਂ ਕੋਲ ਲੱਖਾਂ ਦੀ ਗਿਣਤੀ ਵਿੱਚ ਮਹਾਰਾਜ ਫੌਜਾਂ ਵੀ ਨੇ ਤੇ ਮਾਇਆ ਦੇ ਖਜ਼ਾਨੇ ਵੀ ਬਹੁਤ ਭਾਰੀ ਹਨ, ਜਿਹੜੇ ਇਸ ਮੁਲਕ ਦੇ ਬਾਦਸ਼ਾਹ ਨੇ, ਸ਼ਾਹਜਹਾਨ ਆਦਿਕ। 300 ਕਹਾਂ ਕਰਹਿ ਬਖਿਆਤੀ। ਤੇ ਇਹ ਸਾਨੂੰ ਮਹਾਰਾਜ ਆਗਿਆ ਦਿਓ ਪ੍ਰਗਟ ਕਰਕੇ ਵੀ ਇਹਨਾਂ ਨਾਲ ਅਸੀਂ ਕਿੱਦਾਂ ਦਾ ਵਰਤੋਂ ਵਿਹਾਰ ਰੱਖਣਾ ਏ। ਕੌਣ ਸਥਾਨ ਬਨਹਿ ਰਿਪ ਘਾਤੀ। ਦੱਸੋ ਮਹਾਰਾਜ ਕਿਹੜੀ ਪੁਰੀ ਚ ਵਸੀਏ, ਕਿੱਥੇ ਜਾ ਕੇ ਜੇ ਕਿਤੇ ਦੁਸ਼ਟੇ ਚੜ ਕੇ ਆਉਣ ਤੇ ਉਹਨਾਂ ਦਾ ਅਸੀਂ ਨਾਸ਼ ਕਰਨਾ ਹੈ। ਅਸੀਂ ਕਿਹੜੇ ਨਗਰ ਦੇ ਵਿੱਚ, ਕਿਹੜੇ ਸ਼ਹਿਰ 'ਚ ਰਹਿ ਕੇ ਜੰਗ ਯੁੱਧ ਕਰੀਏ ਤੁਰਕਾਂ ਦੇ ਨਾਲ। ਇਸ ਪੁਰ ਬਸ ਕੈ ਅਪਰ ਸਥਾਨ। ਹਾਂ ਮਹਾਰਾਜ ਕੀਰਤਪੁਰ ਸਾਹਿਬ ਵਿੱਚ ਹੀ ਵਸ ਕੇ ਰਹੀਏ ਵੀ ਇੱਥੇ ਜੰਗ ਯੁੱਧ ਕਰਨਾ ਹੈ ਜਾਂ ਕਿਸੇ ਹੋਰ ਥਾਂ ਤੇ ਜੰਗ ਯੁੱਧ ਕਰਨਾ ਹੈ ਦੁਸ਼ਟਾਂ ਦੇ ਨਾਲ। ਕਾਲੋਂ ਤੁਰਕਨ ਸੋ ਕਮਸਾਨ। ਹਾਂ, ਤੁਰਕਾਂ ਦੇ ਨਾਲ ਜਿਹੜਾ ਕਮਸਾਨ ਦਾ ਯੁੱਧ ਜਿਵੇਂ ਤੁਸੀਂ ਕੀਤੇ ਹੈ, ਤੁਸੀਂ ਮਹਾਰਾਜ ਇਹ ਦੱਸੋ ਵੀ ਕਿਸ ਨਗਰੀ ਵਿੱਚ ਅਸੀਂ ਜੰਗ ਰਚੀਏ। ਕਰੋ ਲਥੇਰ ਪਥੇਰ ਵਿਸਾਲਾ। ਤੇ ਮਹਾਰਾਜ ਤੁਹਾਡੀ ਕਿਰਪਾ ਰਹੇ ਤਾਂ ਜਿਹੜੇ ਦੁਸ਼ਟ ਨੇ ਜਿੱਥੇ ਕਹੋਗੇ ਲਥੇਰ ਪਥੇਰ ਕਰ ਦਾਂਗੇ, ਉਲਟਾ ਉਲਟਾ ਕੇ। ਸਤਵੇਂ ਪਾਤਸ਼ਾਹ ਕਹਿੰਦੇ ਉਸ ਵੇਲੇ ਜੰਗ ਦੇ ਮੈਦਾਨ ਵਿੱਚ ਸੁੱਟਾਂਗੇ। ਹਰੇ ਜੰਗ ਰਿਪਹਤ ਹੈ ਕਰੱਲਾ। ਜਦੋਂ ਵੀ ਮਹਾਰਾਜ ਜੰਗ ਪਊਗਾ ਤੁਰਕ ਚੜ ਕੇ ਆਉਣਗੇ ਤੇ ਬਹੁਤੇ ਦੁਸ਼ਟਾਂ ਨੂੰ ਅਸੀਂ ਮਾਰਾਂਗੇ। ਸੁਨਤ ਸਭਾ ਸਭ ਅਦਭੁਤ ਭਾਏ। ਜਦੋਂ 8 ਵਰਿਆਂ ਦੀ ਉਮਰ ਹੈ, ਗੁਰੂ ਹਰਿਰਾਏ ਸਾਹਿਬ ਦੇ ਐਸੇ ਵੀਰ ਰਸੀ ਬਚਨ ਸੁਣੇ ਵੀ ਮਹਾਰਾਜ ਆਗਿਆ ਦਿਓ ਕਿਹੜੇ ਸ਼ਹਿਰ 'ਚ ਰਹਿ ਕੇ ਦੁਸ਼ਟਾਂ ਨਾਲ ਜੰਗ ਕਰੀਏ ਤੇ ਕਿਹੜੇ ਥਾਂ ਦੇ ਵੈਰੀਆਂ ਨੂੰ ਮਾਰੀਏ।
ਇਹ ਬਚਨ ਸੁਣ ਕੇ ਸਤਵੇਂ ਪਾਤਸ਼ਾਹ ਦੇ ਮੁਖੋਂ ਸਾਰੀ ਸਿੱਖ ਸਭਾ ਅਦਭੁਤ ਹੈਰਾਨੀ ਦੇ ਵਿੱਚ ਆ ਗਈ। ਦੇਖੋ ਕਹਾਂ ਸੁਮਤਿਨ ਥੇ। ਕਹਿੰਦੇ ਵੇਖੋ ਭਾਈ ਇਹ ਕਿੱਡੀ ਤਗੜੀ ਅਕਲ, ਕਿੰਨੀ ਸ੍ਰੇਸ਼ਟ ਮਤ ਗੁਰੂ ਹਰਿ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ। ਅਲਪ ਬੈਸ ਬ੍ਰਿਧਨ ਸਮ ਬੋਲੇ। ਉਮਰ ਵੇਖੋ ਸਰੀਰ ਦੀ ਛੋਟੀ ਹੈ, 8 ਵਰਿਆਂ ਤੋਂ ਕੁਝ ਮਹੀਨੇ ਉੱਤੇ ਨੇ, ਪਰ ਬਿਰਧਾਂ ਵਾਂਗ ਜਿਵੇਂ ਬਹੁਤਾ ਕੋਈ ਬਜ਼ੁਰਗ ਸਿਆਣਾ ਬੰਦਾ ਗੱਲ ਕਰਦਾ ਹੈ, ਬਜ਼ੁਰਗਾਂ ਵਰਗੇ ਬਚਨ ਕਰ ਰਹੇ ਨੇ। ਭੇ ਸਮਰਥ ਗੁਰ ਆਈ ਕੋਲੇ। ਤੇ ਗੁਰਤਾ ਗੱਦੀ ਜਿਸ ਵੇਲੇ ਪ੍ਰਾਪਤ ਹੋ ਗਈ ਹੈ, ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਸੰਗਤ ਕਹਿੰਦੀ ਹੈ ਵੀ ਵੇਖੋ ਗੁਰੂ ਹਰਿ ਸਾਹਿਬ ਮਹਾਰਾਜ ਸਮਰੱਥ ਹੋ ਗਏ ਨੇ, ਜਦੋਂ ਦੇ ਤਖਤ ਤੇ ਬੈਠੇ ਆ ਇਹ ਵੀ ਲੜਨ ਲਈ ਸਮਰੱਥ ਹੋ ਗਏ ਨੇ। ਅਸਲ 'ਚ ਬਚਨ ਮਹਾਰਾਜ ਨੇ ਕੀਤੇ, ਕਿਉਂਕਿ ਸੰਗਤ ਦੇ ਪਰਿਵਾਰ ਸੋਚਦਾ ਸੀ ਨਾ ਵੀ 6ਵੇਂ ਪਾਤਸ਼ਾਹ ਦੇ ਦੁਸ਼ਟਾਂ ਨਾਲ ਲੜਦੇ ਸੀ, ਉਹਨਾਂ ਦਾ ਸਰੀਰ ਤਗੜਾ ਸੀ, ਤੇ ਹੁਣ 7ਵੇਂ ਪਾਤਸ਼ਾਹ ਬਾਲਕ ਅਵਸਥਾ ਕਿਵੇਂ ਲੜਨਗੇ। ਉਹਨਾਂ ਦੇ ਮਨ ਦੇ ਜਿਹੜੇ ਭੁਲੇਖੇ ਕੱਢਣ ਵਾਸਤੇ ਤੇ ਗੁਰੂ ਹਰਿ ਸਾਹਿਬ ਜੀ ਦੀ ਬਖਸ਼ਿਸ਼ ਲੈਣ ਵਾਸਤੇ 7ਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਲੈਣ ਲਈ 7ਵੇਂ ਪਾਤਸ਼ਾਹ ਇਹ ਬਚਨ ਕੀਤਾ ਵੀ ਮਹਾਰਾਜ ਕਿੱਥੇ ਜੰਗ ਕਰੀਏ, ਤੁਹਾਡੀ ਆਗਿਆ ਹੋਵੇ ਦੱਸੋ। ਸੁਣ ਕੇ ਸੰਗਤ ਹੈਰਾਨ ਹੋ ਗਈ ਵੀ ਬਾਲ ਸਰੂਪ ਨੇ, ਪਰ ਗੁਰਤਾ ਗੱਦੀ ਤੇ ਬੈਠਦਿਆਂ ਇੰਨੀ ਸ਼ਕਤੀ ਵਾਲੇ ਸਮਰੱਥ ਹੋ ਗਏ ਨੇ ਵੀ ਬਿਰਧਾਂ ਵਾਂਗ ਸਿਆਣਿਆਂ ਵਾਂਗ ਬਚਨ ਕਰ ਰਹੇ ਹਨ। ਸਤਿਗੁਰ ਪੋਤਰੇ ਕੋ ਮੁਖ ਦੇਖ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਹਰਿ ਸਾਹਿਬ ਜੀ ਦਾ ਇਹ ਬਚਨ ਸੁਣ ਕਰਕੇ ਉਸ ਵੇਲੇ ਤੇ ਆਪਣੇ ਪੋਤਰੇ ਦੀ ਦਿਸ਼ਾ ਵੱਲ ਵੇਖਿਆ, ਮੁਖ ਵੱਲ ਵੇਖਿਆ ਏ। ਹੋਏ ਪ੍ਰਸੰਨ ਸੁਬੀਰ ਪਰੇਖ। ਮਹਾਰਾਜ ਸਤਿਗੁਰੂ 6ਵੇਂ ਪਾਤਸ਼ਾਹ ਬਹੁਤ ਹੀ ਖੁਸ਼ ਹੋਏ। ਸਤਿਗੁਰਾਂ ਨੇ ਜਾਣਿਆ ਵੀ ਸਾਡਾ ਪੋਤਰਾ ਵੀ ਬੜਾ ਬੜੀ ਵੀਰ ਸੂਰਮਾ ਹੈ ਭਾਈ। ਕਹਿਓ ਤਬੈ ਤੁਮ ਕਬਹੁ ਨ ਲਰੋ। ਮਹਾਰਾਜ ਕਹਿੰਦੇ ਹੇ ਗੁਰੂ ਹਰਿ ਸਾਹਿਬ ਜੀ, ਤੁਹਾਡੇ ਲਈ ਆਗਿਆ ਇਹੀ ਹੈ ਵੀ ਤੁਸੀਂ ਕਦੀ ਵੀ ਜੰਗ ਨਾ ਕਰੋ ਵੈਰੀਆਂ ਦੇ ਨਾਲ। ਸ਼ਤਰਨ ਦਿਸ਼ਤੇ ਸ਼ਾਂਤੀ ਧਰੋ। ਵੈਰੀਆਂ ਵਾਲੇ ਪਾਸਿਓਂ ਸ਼ਾਂਤੀ ਹੀ ਰੱਖੋ, ਜੰਗ ਜੁੱਧ ਦਾ ਮਤਾ ਤੁਸੀਂ ਨਾ ਹੀ ਕਰੋ। ਕਿਸ ਬਿਦ ਤੇ ਨਹਿ ਕਰੋ ਬਖੇਰਾ। ਕਿਸੇ ਤਰ੍ਹਾਂ ਵੀ ਤੁਸੀਂ ਇਹ ਜਿਹੜਾ ਬਖੇਰਾ ਹੈ ਨਾ, ਝਗੜਾ ਭਾਵ ਜੰਗ ਯੁੱਧ, ਇਹ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੋ ਗਿਆ 7ਵੇਂ ਪਾਤਸ਼ਾਹ ਨੂੰ ਵੀ ਜੰਗ ਯੁੱਧ ਨਹੀਂ ਤੁਸੀਂ ਕਰਨੇ। ਨਹੀਂ ਸੰਭਾਰੋ ਬੈਰ ਬਡੇਰਾ। ਤੁਹਾਡੇ ਨਾਲ ਲੱਖ ਕੋਈ ਵੈਰ ਕਰੀ ਜਾਏ, ਤੁਸੀਂ ਅੱਗੋਂ ਵੈਰ ਨਹੀਂ ਸੰਭਾਲਣਾ, ਭਾਵ ਕਿ ਜਿਹੜੇ ਦੁਸ਼ਟ ਹਨ ਉਹਨਾਂ ਦੇ ਨਾਲ ਵੀ ਤੁਸੀਂ ਅੱਗੋਂ ਯੋਧਿਆਂ ਵਾਂਗ ਲੜਨ ਵਾਸਤੇ ਨਹੀਂ ਵਰਤਣਾ। ਸੈਨਾ 202,000। ਤੇ ਇਹਨਾਂ ਹੁਕਮ ਜ਼ਰੂਰ ਦੇਤਾ ਵੀ 200 ਦੇ 2000 ਭਾਵ 2200 ਘੋੜ ਸਵਾਰ ਜਿਹੜੇ ਹਨ ਰੱਖੋ ਸੰਗ ਸੁਚੇਤੀ ਧਾਰ। ਤਿਆਰ ਵਰ ਤਿਆਰ ਹੋ ਗਏ, ਸ਼ਸਤਰ ਧਾਰੀ 2200 ਸੂਰਮੇ ਆਪਣੇ ਨਾਲ ਹਰ ਸਮੇਂ ਰੱਖਣੇ ਨੇ ਤੇ ਰਹਿਣਾ ਤਿਆਰ ਵਰ ਤਿਆਰ, ਅਨਭੋਲ ਨਹੀਂ ਰਹਿਣਾ, ਰਹਿਣਾ ਸੁਚੇਤ। ਨਹੀਂ ਕਦਾਚਿਤ ਰਣ ਕੋ ਚਾਹੋ। ਪਰ ਇਹ ਸਾਡਾ ਹੁਕਮ ਹੈ ਵੀ ਜੰਗ ਕਰਨ ਦੀ ਤੁਸੀਂ ਚਾਹਨਾ ਨਹੀਂ ਕਦੀ ਵੀ ਮਨ ਵਿੱਚ ਲੈ ਕੇ ਆਉਣੀ। ਭੋਗ ਆਨੰਦ ਬੈਠ ਘਰ ਮਾਹੋ। ਆ ਘਰ ਵਿੱਚ ਬੈਠ ਕੇ ਆਨੰਦ ਮਾਣੋ, ਸਿੱਖ ਸੰਗਤਾਂ ਦੀ ਕਲਿਆਣ ਦੇ ਉਪਦੇਸ਼ ਦੇਵੋ। ਸ਼੍ਰੀ ਹਰਿ ਰਾਏ ਕਹਿਓ ਸੁਨ ਫੇਰ। ਜਦੋਂ 6ਵੇਂ ਪਾਤਸ਼ਾਹ ਨੇ ਕਿਹਾ ਵੀ ਜੰਗ ਨਹੀਂ ਤੁਸੀਂ ਕਰਨੇ, ਤਾਂ ਗੁਰੂ ਹਰਿ ਸਾਹਿਬ ਸੁਣ ਕੇ ਫੇਰ ਕਹਿਣ ਲੱਗੇ ਜੇ ਰਿਪਲੈ ਕਰ ਸੈਨਕ ਨੇਰ। ਮਹਾਰਾਜ ਚਲੋ ਠੀਕ ਹੈ ਵੀ ਜੰਗ ਨਹੀਂ ਕਰਨਾ, ਪਰ ਫੇਰ ਵੀ ਜੇ ਵੈਰੀ ਫੌਜ ਲੈ ਕੇ ਆ ਜਾਵੇ, ਚੜ੍ਹ ਆਵੇ ਹਮ ਪਰ ਬਲ ਧਰੈ। ਸਾਡੇ ਤੇ ਮਹਾਰਾਜ ਚੜ੍ਹਾਈ ਕਰਕੇ ਜੇ ਦੁਸ਼ਮਣ ਆ ਗਿਆ ਤੇ ਆਪਣੀ ਤਾਕਤ ਜੀ ਵਿਖਾਵੇ, ਸਾਨੂੰ ਆਪਣੇ ਜੌਹਰ ਜੇ ਵਿਖਾਉਣ ਅੱਗੋਂ ਆ ਕੇ। ਭਰੇ ਗਰਭ ਤੇ ਜੇ ਲੜ ਪਰੈ। ਤੇ ਹੰਕਾਰ ਦੇ ਨਾਲ ਭਰੇ ਹੋਏ ਜਿਹੜੇ ਦੁਸ਼ਟ ਤੁਰਕ ਹੈ, ਜੇ ਸਾਡੇ ਨਾਲ ਮੱਲੋ ਮੱਲੀ ਮਹਾਰਾਜ ਆ ਕੇ ਲੜ ਪੈਣ, ਠੀਕ ਆ ਅਸੀਂ ਨਹੀਂ ਲੜਾਂਗੇ, ਪਰ ਜੇ ਮੱਲੋ ਮੱਲੀ ਮਹਾਰਾਜ ਚੜ੍ਹਦੇ ਹੀ ਆਉਣ ਅੱਗੇ ਨੂੰ, ਤਬ ਕਿਆ ਕਰਹਿ ਹੁਕਮ ਸੋ ਕਰੋ। ਉਦੋਂ ਮਹਾਰਾਜ ਦੱਸੋ ਫਿਰ ਕੀ ਕਰੀਏ, ਉਦੋਂ ਤਾਂ ਜੰਗ ਕਰਨਾ ਹੀ ਪੈਣਾ ਹੈ ਨਾ। ਬਾਕੀ ਜਿਵੇਂ ਤੁਹਾਡਾ ਹੁਕਮ ਹੋਵੇ ਉਸੇ ਤਰ੍ਹਾਂ ਹੀ ਸਿਰ ਮੱਥੇ ਪ੍ਰਵਾਨ ਹੈ। ਹੋਏ ਅਵਸ਼ਯਕ ਰਣ ਔਰ ਧਰੋ। ਹਾਂ ਮਹਾਰਾਜ, ਸਾਡੇ ਮਨ ਤਾਂ ਇਹੀ ਫੁਰਨਾ ਹੁੰਦਾ ਹੈ ਵੀ ਜੇ ਤੁਰਕ ਚੜ੍ਹ ਕੇ ਆ ਗਏ ਫਿਰ ਤਾਂ ਜੰਗ ਕਰਨਾ ਹੀ ਪੈਣਾ ਹੈ ਨਾ, ਅੱਗੋਂ ਸੂਰਮਿਆਂ ਦੇ ਵਾਂਗ। ਸੁਣ ਕਿਰਪਾਲ ਸ਼ੁਭ ਬਾਕ ਬਖਾਨਾ। ਸ੍ਰੀ ਹਰਿ ਸਾਹਿਬ ਦਾ ਐਸਾ ਬਚਨ ਸੁਣ ਕੇ ਕਿਰਪਾਲੂ 6ਵੇਂ ਪਾਤਸ਼ਾਹ ਨੇ
ਫਿਰ ਭਜਨ ਕੀਤਾ। ਸੋ ਤੁਮ ਪਰ ਚੜ ਕਰਹਿ ਭਿਆਨਾ। ਮਹਾਰਾਜ ਕਹਿੰਦੇ ਹੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਜਿਹੜਾ ਵੀ ਦੁਸ਼ਟ ਤੁਹਾਡੇ ਤੇ ਚੜ੍ਹਾਈ ਕਰੇਗਾ, ਚੜ੍ਹਾਈ ਕਰਕੇ ਤੁਹਾਡੇ ਵੱਲ ਨੂੰ ਫੌਜ ਲੈ ਕੇ ਆਵੇਗਾ। ਸੋ ਨਹਿ ਆਵਨ ਪਾਵਹਿ ਕੈਸੇ। ਕਿਸੇ ਵੀ ਹੀਲੇ ਉਪਰਾਲੇ ਕਰਕੇ ਜਿੰਨੀ ਮਰਜ਼ੀ ਲੱਗਦੀ ਵਾਹ ਲਾ ਲਵੇ, ਜਿਹੜਾ ਤੁਹਾਡੇ ਤੇ ਫੌਜ ਲੈ ਕੇ ਆਵੇਗਾ ਤੁਹਾਡੇ ਤੀਕਰ ਪਹੁੰਚ ਨਹੀਂ ਸਕੇਗਾ। ਨਿਫਲ ਪਰਹਿ ਘਨ ਧੁੰਦਹਿ ਜੈਸੇ। ਮਹਾਰਾਜ ਕਹਿੰਦੇ ਉਹਦਾ ਜਿਹੜਾ ਹਮਲਾ ਹੈ ਨਾ, ਨਿਸ਼ਫਲ ਹੀ ਜਾਊਗਾ। ਜਿਸ ਪ੍ਰਕਾਰ ਦੇ ਨਾਲ ਘਣ ਧੁੰਦੇ ਜੈਸ, ਜਿਵੇਂ ਧੁੰਦ ਦੇ ਧੂਏ ਦੇ ਬੱਦਲ ਹੁੰਦੇ ਹੈ ਨਾ, ਕਿਸੇ ਕੰਮ ਨਹੀਂ ਹੈ ਵੀ ਧੂਏ ਦੇ ਬੱਦਲ ਹਵਾ ਦੀ ਉਡਾਰੀ ਨਹੀਂ ਉੱਡ ਜਾਂਦੇ ਹੈ, ਐਵੇਂ ਮਹਾਰਾਜ 7ਵੇਂ ਪਾਤਸ਼ਾਹ ਨੂੰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਵੀ ਜਿਹੜਾ ਵੀ ਕੋਈ ਦੁਸ਼ਟ ਤੁਹਾਡੇ ਦੇ ਫੌਜ ਲੈ ਕੇ ਆਵੇਗਾ, ਨਿਸ਼ਫਲ ਜਾਣਗੇ, ਧੂਏ ਦੇ ਬੱਦਲਾਂ ਵਾਂਗ ਉੱਡ ਜਾਣਗੇ। ਓਰੇ ਸਮਗਰ ਹੈ ਮਗ ਮਾਹੀ। ਰਸਤੇ ਵਿੱਚ ਹੀ ਮਹਾਰਾਜ ਕਹਿੰਦੇ ਜਿਵੇਂ ਔਲੇ, ਭਾਵ ਕਿ ਜਿਵੇਂ ਗੜੇ ਪੈਂਦੇ ਆ ਤੇ ਗਲ ਜਾਂਦੇ ਨੇ ਨਾ, ਐਵੇਂ ਗੜਿਆਂ ਦੇ ਵਾਂਗ ਗਲ ਜਾਣਗੇ। ਤੁਮਰੋ ਪ੍ਰਾਪਤ ਹੋਵਹਿ ਨਾਹੀ। ਤੁਹਾਡੇ ਤੀਕਰ ਨਹੀਂ 6ਵੇਂ ਪਾਤਸ਼ਾਹ ਕਹਿੰਦੇ ਜਿਵੇਂ ਕਿਵੇਂ ਕਰਕੇ ਵੀ ਪਹੁੰਚ ਸਕਦੇ, ਪ੍ਰਾਪਤ ਨਹੀਂ ਹੋ ਸਕਦੇ। ਬਰ ਤੁਮ ਕੋ ਅਨਮਿਟ ਜਾਨੋ। ਇਹ ਬਰ ਤੁਮ ਕੋ ਅਨਮਿਟ ਜਾਨੋ। ਗੁਰੂ ਹਰਗੋਬਿੰਦ ਸਾਹਿਬ ਜੀ 7ਵੇਂ ਪਾਤਸ਼ਾਹ ਨੂੰ ਇਹ ਵਰ ਦਿੱਤਾ ਵੀ ਤੁਹਾਡੇ ਦੇ ਫੌਜ ਜਿਹੜੀ ਚੜ੍ਹ ਕੇ ਆਵੇਗੀ ਉਹ ਰਸਤੇ ਦੇ ਵਿੱਚ ਹੀ ਗਰਕ ਹੋ ਜਾਵੇਗੀ। ਇਹ ਜਿਹੜਾ ਬਚਨ ਹੈ ਤੁਸੀਂ ਸਾਡਾ ਅਮਿਟ ਜਾਣਨਾ ਕਰੋ। ਬੈਠੇ ਸਦਾ ਆਨੰਦ ਕੋ ਠਾਨੋ। ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਬੈਠ ਕੇ ਸਦਾ ਆਨੰਦ ਮਾਣੋ, ਜਗਤ ਦੀ ਕਲਿਆਣ ਕਰਦੇ ਹੋਏ। ਸੁਣ ਕਰ ਸ੍ਰੀ ਹਰਿ ਰਾਏ ਆਨੰਦੇ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਦਾ ਭਜਨ ਸੁਣਿਆ ਵੀ ਫੌਜ ਜਿੰਨੀ ਮਰਜ਼ੀ ਚੜ੍ਹ ਕੇ ਆ ਜਾਵੇ ਤੁਹਾਡੇ ਤਾਈਂ ਪਹੁੰਚ ਹੀ ਨਹੀਂ ਸਕਣਗੇ, ਬੜੇ ਆਨੰਦ ਵਿੱਚ ਹੋਏ। ਚਰਨ ਪਿਤਾਮੇ ਕੇ ਜੁਗ ਬੰਦੇ। ਆਪਣੇ ਦਾਦੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕਰਕੇ ਮੱਥਾ ਟੇਕ ਦਿੱਤਾ। ਐਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਤਾਲਪੁਰੀ ਸਾਹਿਬ ਵਾਲਾ ਜਿਹੜਾ ਹੁਣ ਅਸਥਾਨ ਹੈ, ਇੱਥੇ ਮਹਾਰਾਜ ਨੇ ਆਪਣੇ ਹੁੰਦਿਆਂ ਰਚਨਾ ਕਰਾਈ ਤੇ ਨੀਵਾਂ ਥਾਂ ਸੀ ਤੇ ਆਪਣੇ ਹੁੰਦੇ ਹੀ ਮਹਾਰਾਜ ਸਾਹਿਬ ਜੀ ਨੇ ਉਹਦਾ ਨਾਮ ਪਤਾਲਪੁਰੀ ਰੱਖਿਆ। ਉੱਥੇ ਸੰਗਤ ਇਕੱਤਰ ਕਰਕੇ ਸਭ ਨੂੰ ਉਪਦੇਸ਼ ਦੇ ਰਹੇ ਨੇ। ਜੋ ਸੰਗਤ ਵੈਰਾਗ ਕਰ ਰਹੀ ਉਹਨਾਂ ਨੂੰ ਸਮਝਾ ਰਹੇ ਨੇ ਵੀ ਇਹ ਕਿਹੜੀ ਨਵੀਂ ਗੱਲ ਹੈ ਜੋ ਅਸੀਂ ਸੱਚਖੰਡ ਚੱਲੇ ਹਾਂ, ਸਾਡਾ ਹੀ ਰੂਪ ਗੁਰੂ ਹਰਿਰਾਏ ਸਾਹਿਬ ਜੀ ਨੂੰ ਜਾਣਨਾ ਹੈ। ਇਸ ਤੋਂ ਅੱਗੇ ਜਿਵੇਂ ਮਹਾਰਾਜ ਜੀ ਸੱਚਖੰਡ ਜਾਣ ਵਾਸਤੇ ਤਿਆਰੀ ਕਰਦੇ ਨੇ, ਆਪਣੇ ਆਪ ਨੂੰ ਉਸ ਕੋਠੇ 'ਚ ਬੰਦ ਕਰਕੇ ਸਮਾਧੀ ਲਾਉਂਦੇ ਨੇ। 7 ਦਿਨ ਸਮਾਧੀ ਮਹਾਰਾਜ ਸਾਹਿਬ ਦੀ ਲੱਗੀ ਰਹੇਗੀ ਤੇ ਫਿਰ ਜੋ ਜੋ ਹੁਕਮ ਕਰਦੇ ਹਨ, ਜਿਵੇਂ ਸਿੱਖ ਸੰਗਤਾਂ ਨੂੰ ਗੁਰਬਾਣੀ ਦੁਆਰਾ ਉਪਦੇਸ਼ ਦਿੰਦੇ ਨੇ, ਇਹ ਕਥਾ ਸਾਖੀ ਆਪਾਂ ਆਉਣ ਵਾਲੇ ਸਮੇਂ ਵਿੱਚ ਸਰਵਣ ਕਰਾਂਗੇ। ਗੁਰੂ ਸਾਹਿਬ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਗੁਰੂ ਕੀ ਸੰਗਤ ਸਦਾ ਹੀ ਬਖਸ਼ਣਹਾਰ ਹੈ। ਇਹੋ ਬਰ ਤੁਮ ਕੋ ਅਨਮਿਟ ਜਾਨੋ। ਬੈਠੇ ਸਦਾ ਆਨੰਦ ਕੋ ਠਾਨੋ। ਸੁਨ ਕਰ ਸ੍ਰੀ ਹਰਿ ਰਾਏ ਆਨੰਦੇ। ਚਰਨ ਪਿਤਾਮੇ ਕੇ ਜੁਗ ਬੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵਨ ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।